ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਸੁਕੋ ਟਲ ਗੁਰ ਸੇਵੀ, ਆਹਨਿਸ ਸਹਜ ਦਰਸ਼ਨ ਪਰਸੈ। ਜਨਮ ਮਰਨ ਦੁਖ ਹੋਵੈ ਸਿਫਤ ਕਸਮ, ਦੂਰੇ ਅਰਸੋਂ ਕੁਰਸੋਂ ਤੁਧ ਡਿਠੇ ਸਚੇ। ਮਲ ਜਨਮ ਜਨਮ ਦੀ ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਪੰਜਵਾ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਤੂੰ ਬੇਅੰਤ ਕੋ ਵਿਰਲਾ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਵਾਜ ਸਤਿਗੁਰੂ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਦੀਨ ਦੁਨੀਆ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਮਿਲਿਆ ਹੋਇਆ ਮਨੁੱਖਾ ਜਨਮ ਦਾ ਇਹ ਜੋ ਸਮਾਂ ਹੈ, ਅਮੋਲਕ ਆਪ ਜੀਆਂ ਨੇ ਸਫਲਾ ਕੀਤਾ ਹੈ ਗੁਰੂ ਦਰਬਾਰ ਦੇ ਵਿੱਚ ਬੈਠ ਕੇ। ਹਰ ਰੋਜ਼ ਦੇ ਵਾਂਗ ਇਸ ਵੇਲੇ ਆਪਾਂ ਗੁਰਬਾਣੀ ਦੀ ਕਥਾ ਜੋ ਲੜੀਵਾਰ ਸਾਨੂੰ ਪ੍ਰਾਪਤ ਹੋ ਰਹੀ ਹੈ, ਸ਼ਬਦ ਦਰ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਨੂੰ, ਆਪਣੇ ਧਿਆਨ ਨੂੰ ਟਿਕਾਈਏ ਬੜੀ ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਇਸ ਬਚਨਾਂ ਨੂੰ ਸਰਵਣ ਕਰਕੇ ਆਪਣਾ ਮਿਲਿਆ ਹੋਇਆ ਜਨਮ ਤੇ ਸਫਲਾ ਸਮਾਂ ਜਿਹੜਾ ਸਫਲਾ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਪੰਜਵਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ ਮਹਾਰਾਜ ਸਾਹਿਬ ਜੀ, ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਇਹ ਵਰ ਮਿਲ ਗਿਆ ਸੀ, ਦੋਹਿਥਾ ਬਾਣੀ ਕਾ ਬੋਹਿਥਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸਪੁੱਤਰੀ ਬੀਬੀ ਭਾਨੀ ਜੀ, ਬੀਬੀ ਭਾਨੀ ਜੀਆਂ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ। ਸੋ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਦੋਹਤਰੇ ਦੇ ਪ੍ਰਤੀ ਇਹ ਬਚਨ ਆਖੇ ਸਨ, ਦੋਹਿਥਾ ਬਾਣੀ ਕਾ ਬੋਹਿਥਾ। ਇਹ ਬਾਣੀ ਦੇ ਜਹਾਜ਼ ਹੋਣਗੇ, ਜਹਾਜ਼ ਰਚਣਗੇ, ਜਿਹੜਾ ਪੜ੍ਹੇਗਾ ਸੰਸਾਰ ਤੋਂ ਪਾਰ ਹੋਵੇਗਾ। ਐਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਡਹੰਸ ਰਾਗ ਦੇ ਅੰਦਰ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੂੰ ਬੇਅੰਤ ਕੋ ਵਿਰਲਾ ਜਾਣੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ, ਐ ਪ੍ਰਮਾਤਮਾ ਤੂੰ ਹੈ ਤੇ ਬੇਅੰਤ। ਬੇਅੰਤ ਜਿਹਦਾ ਕੋਈ ਅੰਤ ਨਾ ਪਾ ਸਕੇ। ਬੇਅੰਤ ਤੋਂ ਭਾਵ ਇਹ ਹੈ ਜਿਹੜਾ ਕਿਸੇ ਤਰੀਕੇ ਨਾਲ ਵੀ ਅੰਤ ਨਾ ਪਾਇਆ ਜਾਵੇ, ਨਾ ਗਿਣ ਕੇ, ਨਾ ਮਿਣ ਕੇ, ਨਾ ਤੋਲ ਕੇ, ਨਾ ਸਿਫਤ ਨਾਲ, ਨਾ ਸੁਣ ਕੇ। ਪਰਮਾਤਮਾ ਦਾ ਅੰਤ ਕਿਸੇ ਤਰ੍ਹਾਂ ਦਾ ਵੀ ਨਹੀਂ ਹੈ। ਜੇ ਕੋਈ ਮਨੁੱਖ ਆਖੇ ਕਿ ਮੈਂ ਸੁਣ ਕੇ ਅੰਤ ਪਾਵਾਂਗਾ, ਨਹੀਂ ਪਾਇਆ ਜਾਣਾ। ਜੇ ਕੋਈ ਆਖੇ ਮੈਂ ਬੋਲ ਬੋਲ ਕੇ ਉਹਦੇ ਨਾਮ ਨੂੰ ਅੰਤ ਪਾਵਾਂਗਾ, ਨਹੀਂ ਪਾਇਆ ਜਾਣਾ। ਉਹ ਬੇਅੰਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਤੂੰ ਬੰਦਿਆ ਉਹਨੂੰ ਬਹੁਤਾ ਕਵੇਂਗਾ ਨਾ ਵੀ ਪਰਮਾਤਮਾ ਇੰਨਾ ਵੱਡਾ ਹੈ,
ਉਹ ਪਰਮਾਤਮਾ ਕਿਤੇ ਉਸ ਤੋਂ ਵੀ ਵੱਡਾ ਹੈ। ਉਹਦੇ ਵੱਡ ਪੁਣੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਪਾਤਸ਼ਾਹ ਕਹਿਣ ਲੱਗੇ ਤੂੰ ਬੇਅੰਤ, ਪਰਮਾਤਮਾ ਤੂੰ ਬੇਅੰਤ ਹੈ, ਤੇਰਾ ਅੰਤ ਕੋਈ ਨਹੀਂ। ਪਰ ਕੋ ਵਿਰਲਾ ਜਾਣੈ, ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝੇਗਾ ਵੀ ਤੂੰ ਬੇਅੰਤ ਹੈ, ਸਾਰੇ ਨਹੀਂ ਸਮਝ ਸਕਣਗੇ। ਇਸ ਗੱਲ ਨੂੰ ਉਹ ਸਮਝੇਗਾ ਜਿਹੜਾ ਤੇਰੀ ਬੰਦਗੀ ਦੇ ਉੱਪਰ ਚੱਲਿਆ, ਤੇਰੇ ਰਾਹ ਦੇ ਉੱਪਰ ਚੱਲਿਆ, ਜਿਸ ਨੂੰ ਤੂੰ ਗਿਆਨ ਬਖਸ਼ਿਆ। ਉਹ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਇਹ ਗੱਲ ਕਹੇਗਾ ਵੀ ਪਰਮਾਤਮਾ ਬੇਅੰਤ ਹੈ, ਕਹੇਗਾ ਉਹ ਜਿਹਨੂੰ ਸੋਝੀ ਆਈ ਹੈ। ਬਾਕੀ ਦੁਨੀਆ ਦੇ ਲੋਕਾਂ ਨੂੰ ਇਹ ਸੋਝੀ ਨਹੀਂ ਹੈ, ਇਹ ਗਿਆਨ ਨਹੀਂ ਹੈ। ਤੇ ਸਤਿਗੁਰੂ ਫਰਮਾਉਂਦੇ ਤੂੰ ਬੇਅੰਤ ਕੋ ਵਿਰਲਾ ਜਾਣੇ, ਕੋਈ ਵਿਰਲਾ ਹੀ ਹੈ ਦੁਨੀਆ ਵਿੱਚ ਜਿਹੜਾ ਇਸ ਗੱਲ ਨੂੰ ਜਾਣਦਾ ਵੀ ਤੂੰ ਬੇਅੰਤ ਹੈ, ਤੂੰ ਜੋ ਚਾਹਵੇਂ ਉਹ ਕਰ ਸਕਦਾ ਹੈ। ਸਾਡੇ ਸਾਹਮਣੇ ਸਾਖੀਆਂ ਕਿੰਨੀਆਂ ਨੇ ਜਿਹੜੀਆਂ ਇਸ ਗੱਲ ਨੂੰ ਸਿੱਧ ਕਰਦੀਆਂ ਨੇ ਵੀ ਵਿਰਲਾ ਹੀ ਸੀ ਕੋਈ ਜਿਸ ਨੇ ਬਚਨ ਮੰਨਿਆ, ਕਹਿਣਾ ਮੰਨਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ 'ਤੇ ਜਦੋਂ ਅੰਤਮ ਸਮਾਂ ਮਹਾਰਾਜ ਬਤੀਤ ਕਰ ਰਹੇ ਸਨ, ਸਰੀਰ ਛੱਡਣ ਲੱਗੇ, ਅਤੇ ਉਸ ਵੇਲੇ ਬੇਅੰਤ ਸੰਗਤਾਂ ਦਾ ਹੜ੍ਹ ਆ ਗਿਆ। ਬੇਅੰਤ ਸੰਗਤਾਂ ਕਰਤਾਰਪੁਰ ਇਕੱਠੀਆਂ ਹੋ ਗਈਆਂ ਅਤੇ ਦੇਵ ਨੇਤ ਅਨੁਸਾਰ ਕਹਿਣ ਲੱਗੇ ਮੀਂਹ ਬੜਾ ਪਿਆ। ਕਈ ਦਿਨ ਮੀਂਹ ਪੈਂਦਾ ਰਿਹਾ ਅਤੇ ਮੀਂਹ ਪੈਣ ਦੇ ਨਾਲ ਲੱਕੜ ਬਾਲਣ ਜੋ ਸੀ ਲੰਗਰ ਵਿੱਚ ਬਾਲਣ ਵਾਲਾ ਸਭ ਭਿੱਜ ਗਿਆ। ਇੱਥੋਂ ਤੱਕ ਕਿ ਜਿਹੜਾ ਅੰਨ ਵਗੈਰਾ ਸੀ, ਆਟਾ ਵਗੈਰਾ, ਕਣਕ ਵਗੈਰਾ, ਉਹ ਵੀ ਪਾਣੀ ਦੇ ਨਾਲ ਸਾਰਾ ਭਿੱਜ ਗਿਆ, ਕਿਉਂਕਿ ਉਹ ਕਲਾ ਵਰਤਾਉਂਦੇ ਨਾ ਮਹਾਰਾਜ ਦੀ, ਬਹਾਨਾ ਬਣਾਉਂਦੇ ਪਏ। ਉੱਚੀਆਂ ਨੀਵੀਆਂ ਥਾਵਾਂ 'ਤੇ ਪਾਣੀ ਖੜਿਆ ਅਤੇ ਹੁਣ ਸੰਗਤ ਆਈ ਹੈ, ਬਜ਼ੁਰਗ ਵੀ ਨੇ, ਬੱਚੇ ਵੀ ਨੇ। ਭੁੱਖ ਲੱਗੀ ਅਤੇ ਬੱਚੇ ਰੋਂਦੇ ਨੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਵੀ ਸੰਗਤਾਂ ਨੂੰ ਭੁੱਖ ਲੱਗੀ ਹੋਈ ਆ, ਦੂਰੋਂ ਨੇੜਿਓਂ ਚੱਲ ਕੇ ਆਏ। ਬਾਬਾ ਸ੍ਰੀ ਚੰਦ ਜੀਆਂ ਨੂੰ ਆਵਾਜ਼ਾਂ ਲਾਇਆ, ਕਹਿਣ ਲੱਗੇ ਭਾਈ ਲੰਗਰ ਦਾ ਪ੍ਰਬੰਧ ਕਰੋ। ਮਹਾਰਾਜ ਲੰਗਰ ਦਾ ਪ੍ਰਬੰਧ ਕਿਵੇਂ ਕਰੀਏ, ਮੀਂਹ ਪੈਣ ਦੇ ਨਾਲ ਪਾਣੀ ਭਰ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਜਵਾਬ ਸੁਣਿਆ ਅਤੇ ਫਿਰ ਦੂਜਾ ਬਚਨ ਕੀਤਾ, ਕਹਿਣ ਲੱਗੇ ਇਸ ਤਰ੍ਹਾਂ ਕਰੋ, ਸਤਿ ਕਰਤਾਰ ਕਹਿ ਕੇ ਰੁੱਖ ਨੂੰ ਹਲੂਣਾ ਦਿਓ। ਅਕਾਲ ਪੁਰਖ ਦੀ ਸੰਗਤ ਹੈ, ਅਕਾਲ ਪੁਰਖ ਆਪੇ ਬਹਾਨਾ ਬਣਾਵੇਗਾ, ਆਪੇ ਇਹਨਾਂ ਦੇ ਖਾਣ ਵਾਸਤੇ ਰੁਜ਼ਗਾਰ ਦੇਵੇਗਾ। ਉਸ ਵੇਲੇ ਮਨ ਵਿੱਚ ਸ਼ੰਕਾ ਆ ਗਿਆ, ਕਿਉਂਕਿ ਕੋ ਵਿਰਲਾ ਜਾਣੇ, ਜਾਣਦਾ ਕੋਈ ਵਿਰਲਾ ਹੀ ਹੈ। ਮਨ ਵਿੱਚ ਸੋਚਿਆ ਬਾਪੂ ਬਜ਼ੁਰਗ ਹੋ ਗਿਆ, ਪਿਤਾ ਬਜ਼ੁਰਗ ਹੋ ਗਿਆ, ਬਜ਼ੁਰਗ ਦੀ ਮੱਤ ਬੱਚਿਆਂ ਵਾਲੀ ਹੋ ਜਾਂਦੀ ਹੈ। ਇੰਨੇ ਲੋਕ ਆਏ ਨੇ, ਲੋਕ ਮੈਨੂੰ ਸਾਹਿਬਜ਼ਾਦਾ ਸਾਹਿਬਜ਼ਾਦਾ ਕਹਿ ਕੇ, ਗੁਰੂ ਪੁੱਤਰ ਕਹਿ ਕੇ, ਗੁਰੂ ਪੁੱਤਰ ਕਹਿ ਕੇ ਨਮਸਕਾਰਾਂ ਕਰਦੇ ਨੇ, ਮੇਰੇ ਅੱਗੇ ਝੁਕਦੇ ਨੇ। ਮੈਂ ਜਾ ਕੇ ਰੁੱਖ ਹਿਲਾ ਦੇਵਾਂਗਾ, ਮਿਲਣਾ ਉੱਥੋਂ ਕੁਝ ਹੈ ਨਹੀਂ, ਲੋਕ ਮਖੌਲ ਕਰਨਗੇ, ਇਹ ਤਾਂ ਕਮਲਾ ਹੋ ਗਿਆ। ਜਿਹੜੀ ਮੇਰੀ ਸਿਫਤ ਹੁੰਦੀ ਪਈ ਹੈ, ਲੋਕ ਨਮਸਕਾਰਾਂ ਕਰਦੇ ਪਏ, ਵਡਿਆਈ ਹੋ ਰਹੀ ਹੈ, ਸਾਰੀ ਵਡਿਆਈ ਖਤਮ ਹੋ ਜਾਣੀ। ਇਸ ਤੋਂ ਚੰਗਾ ਹੈ ਕਿ ਸਿਆਣਪ ਨਾਲ ਕੰਮ ਲੈਣਾ ਚਾਹੀਦਾ। ਸਿਆਣਪ ਵਰਤ ਲਈ ਨਾ ਕਰ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ ਬਾਣੀ ਵਿੱਚ, ਕਹਿਣ ਲੱਗੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਪਰਮਾਤਮਾ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਦੀ ਹੈ, ਕੋਈ ਚਤੁਰਾਈ ਨਹੀਂ ਚੱਲਦੀ ਹੈ। ਜਵਾਬ ਦੇ ਦਿੱਤਾ ਬਹਾਨੇ ਦੇ ਨਾਲ, ਕੋਈ ਨਹੀਂ ਪਿਤਾ ਜੀ ਕਰਾਂਗੇ ਪ੍ਰਬੰਧ। ਕੋਈ ਸਿੱਖ ਇੱਧਰ ਭੇਜਿਆ, ਕੋਈ ਸਿੱਖ ਉੱਧਰ ਭੇਜਿਆ, ਬਹਾਨਾ ਲਾ ਦਿੱਤਾ। ਬਾਬਾ ਲਖਮੀ ਦਾਸ ਜੀ ਵੀ ਕੋਲ ਬੈਠੇ ਸਨ, ਫਿਰ ਉਹਨਾਂ ਨੂੰ ਆਵਾਜ਼ਾਂ ਦਿੱਤਾ, ਕਹਿਣ ਲੱਗੇ ਭਾਈ ਤੁਸੀਂ ਪ੍ਰਬੰਧ ਕਰੋ। ਜਵਾਬ ਉਹੀ ਹੈ ਜੋ ਵੱਡੇ ਭਰਾ ਨੇ ਦਿੱਤਾ, ਛੋਟੇ ਨੇ ਦਿੱਤਾ, ਕੋ ਵਿਰਲਾ ਜਾਣੇ, ਤੂੰ ਬੇਅੰਤ ਕੋ ਵਿਰਲਾ ਜਾਣੇ, ਜਾਣਦਾ ਕੋਈ ਵਿਰਲਾ ਹੀ ਹੈ। ਮਹਾਰਾਜ ਕਿੱਥੋਂ ਮਠਿਆਈਆਂ ਅਤੇ ਕਿੱਥੋਂ ਫਲ ਪ੍ਰਾਪਤ ਹੋਣੇ। ਹੁਣ ਤਾਂ ਜਿਹੜਾ ਆਟਾ ਕੋਲ ਪਿਆ ਉਹ ਵੀ ਮੀਂਹ ਦੇ ਨਾਲ ਭਿੱਜ ਗਿਆ ਹੈ। ਜਦੋਂ ਸਾਰਿਆਂ ਨੇ ਜਵਾਬ ਦਿੱਤਾ ਨਾ, ਅਤੇ ਫਿਰ ਉਸ ਵੇਲੇ ਭਾਈ ਲਹਿਣਾ ਸਾਹਿਬ ਨੂੰ ਹੁਕਮ ਹੋਇਆ, ਕਹਿਣ ਲੱਗੇ ਭਾਈ ਲਹਿਣਿਆ ਸਤਿ ਕਰਤਾਰ ਕਹਿ, ਰੁੱਖ ਨੂੰ ਹਲੂਣਾ ਦੇ, ਚਾਦਰਾਂ ਭਰ ਜਾਣਗੀਆਂ ਪਕਵਾਨਾਂ ਦੇ ਨਾਲ, ਮਠਿਆਈ ਦੇ ਨਾਲ, ਫਲਾਂ ਦੇ ਨਾਲ, ਸੰਗਤਾਂ ਨੂੰ ਵੰਡੋ। ਅਤੇ ਭਾਈ ਲਹਿਣਾ ਜੀਆਂ ਨੇ ਸਤ ਬਚਨ ਆ ਕੇ ਚੱਲ ਪਏ।
ਕਹਿਣ ਲੱਗੇ ਠੀਕ ਹੈ ਮਹਾਰਾਜ। ਜਦੋਂ ਚੱਲੇ ਦੀਵਾਨ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਤੇ ਅੱਗੋਂ ਬਾਬਾ ਸ਼੍ਰੀ ਚੰਦ ਜੀ ਮਿਲ ਗਏ। ਕਹਿਣ ਲੱਗੇ ਭਾਈ ਲੈਣਿਆ ਤੂੰ ਬੜਾ ਸਿਆਣਾ, ਬੜਾ ਸਮਝਦਾਰ, ਪਰ ਕਦੇ ਵੇਖਿਆ ਵੀ ਰੁੱਖ ਨੂੰ ਪਹਿਲਾਂ ਕੁਝ ਨਾ ਲੱਗਾ ਹੋਵੇ ਤੇ ਉਹਨੂੰ ਹਿਲਾਈਏ ਤੇ ਉਹਦੇ ਤੋਂ ਪਕਵਾਨ ਮਿਲ ਜਾਣ, ਫਲ ਮਿਲ ਜਾਣ, ਮਠਿਆਈ ਮਿਲ ਜਾਵੇ? ਕਦੇ ਇਸ ਤਰ੍ਹਾਂ ਹੋਇਆ? ਇਹ ਹੋਣਾ ਨਹੀਂ ਤੇ ਲੋਕ ਤੈਨੂੰ ਮਖੌਲ ਕਰਨਗੇ। ਤੇ ਕਈਆਂ ਨੇ ਲਿਖਿਆ ਵੀ ਭਾਈ ਲਹਿਣਾ ਸਾਹਿਬ ਨੇ ਜਵਾਬ ਇਹ ਦਿੱਤਾ ਸੀ, ਮਠਿਆਈ ਡਿੱਗੇ ਭਾਵੇਂ ਨਾ ਡਿੱਗੇ ਮੈਂ ਬਚਨ ਮੰਨਣਾ ਹੈ। ਪਰ ਇਹ ਜਵਾਬ ਸਹੀ ਨਹੀਂ ਹੈ। ਫਲ ਡਿੱਗਣ ਭਾਵੇਂ ਨਾ ਡਿੱਗਣ ਮੈਂ ਬਚਨ ਮੰਨਣਾ ਹੈ, ਮੈਂ ਹੁਕਮ ਮੰਨਣਾ। ਇਹ ਜਵਾਬ ਸਹੀ ਨਹੀਂ ਹੈ। ਭਾਈ ਲਹਿਣਾ ਸਾਹਿਬ ਦੀ ਜ਼ੁਬਾਨ ਵਿੱਚੋਂ ਇਹ ਗੱਲ ਨਹੀਂ ਨਿਕਲ ਸਕਦੀ ਕਿ ਫਲ ਡਿੱਗਣਗੇ ਕਿ ਨਹੀਂ ਡਿੱਗਣਗੇ। ਨਾ ਡਿੱਗਣ ਦਾ ਤਾਂ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ। ਗੁਰੂ ਨਾਨਕ ਸਾਹਿਬ ਆਖਣ ਵੀ ਆਹ ਕੰਮ ਹੋਵੇਗਾ ਤੇ ਸਿੱਖ ਆਖੇ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਮੈਂ ਤੇ ਹੁਕਮ ਮੰਨਣ ਚੱਲਿਆ, ਤੇ ਫਿਰ ਹੁਕਮ ਵੀ ਨਹੀਂ ਨਾ ਮੰਨ ਸਕਦਾ ਜਿਹਦੇ ਮਨ ਵਿੱਚ ਇਹ ਗੱਲ ਆ ਗਈ ਵੀ ਹੋਣਾ ਹੈ ਕਿ ਨਹੀਂ ਹੋਣਾ। ਭਾਈ ਲਹਿਣਾ ਸਾਹਿਬ ਨੇ ਇਹ ਨਹੀਂ ਆਖਿਆ ਵੀ ਬਾਬਾ ਸ਼੍ਰੀ ਚੰਦ ਜੀ ਡਿੱਗੇ ਮਠਿਆਈ ਤੇ ਭਾਵੇਂ ਨਾ ਡਿੱਗੇ, ਫਲ ਡਿੱਗਣ ਤੇ ਭਾਵੇਂ ਨਾ ਡਿੱਗਣ, ਮੇਰਾ ਕੰਮ ਹੈ ਹੁਕਮ ਮੰਨਣਾ ਨਹੀਂ। ਉਹਨਾਂ ਨੇ ਜਵਾਬ ਇਹ ਦਿੱਤਾ ਸੀ, ਕਹਿਣ ਲੱਗੇ ਮਾਲਕ ਦਾ ਜੋ ਹੁਕਮ ਹੈ ਮੈਂ ਉਹ ਕਰਨਾ, ਤੇ ਜੋ ਹੁਕਮ ਹੋਇਆ ਨਾ ਹੋ ਕੇ ਰਹਿਣਾ ਹੈ। ਜਿਵੇਂ ਉਹਨਾਂ ਨੇ ਆਖਿਆ ਉਸੇ ਤਰ੍ਹਾਂ ਹੀ ਹੋਵੇਗਾ। ਇੰਨਾ ਭਰੋਸਾ ਸੀਗਾ, ਇੰਨਾ ਵਿਸ਼ਵਾਸ ਸੀਗਾ, ਕਿਉਂਕਿ ਕੋ ਵਿਰਲਾ ਜਾਣੇ, ਮਹਿਮਾ ਨੂੰ ਵਿਰਲਾ ਹੀ ਕੋਈ ਜਾਣਦਾ ਨਾ, ਭਾਈ ਲਹਿਣੇ ਵਰਗੇ। ਤੇ ਉਸ ਵੇਲੇ ਫਿਰ ਪਕਵਾਨ ਪ੍ਰਾਪਤ ਹੋਏ। ਹਲੂਣਾ ਦਿੱਤਾ ਰੁੱਖ ਨੂੰ, ਪਕਵਾਨ ਮਿਲੇ, ਫਲ ਮਿਲੇ, ਸੰਗਤ ਵਿੱਚ ਵੰਡੇ ਗਏ। ਅੱਜ ਸਾਡੇ ਵਿੱਚ ਕਈ ਵਾਰੀ ਕੋਈ ਸ਼ੰਕਾ ਪਾ ਦਿੰਦਾ ਹੈ ਇਸ ਗੱਲ ਦਾ ਵੀ ਇਹ ਨਹੀਂ ਹੋ ਸਕਦਾ, ਕਦੇ ਰੁੱਖਾਂ ਨੂੰ ਮਠਿਆਈ ਲੱਗੀ ਹੈ, ਕਦੇ ਰੁੱਖਾਂ ਨੂੰ ਫਲ ਲੱਗੇ ਨੇ, ਕਦੇ ਉਸੇ ਵੇਲੇ ਬਿਨਾਂ ਫਲ ਲੱਗਿਆ ਰੁੱਖ ਨੂੰ ਫਲ ਲੱਗ ਕੇ ਮਿਲੇ ਨੇ। ਇਹ ਕੇਵਲ ਮਨ ਘੜਤ ਗੱਲਾਂ ਨੇ, ਐਸੇ ਸ਼ੰਕੇ ਖੜੇ ਕੀਤੇ ਜਾਂਦੇ। ਪਰ ਭਾਈ ਪਿਆਰਿਆ ਵਿਚਾਰ ਇਹ ਹੈ ਕਿ ਜਦੋਂ ਅਸੀਂ ਯੂਪੀ ਦੇ ਵਿੱਚ ਜਾਂਦੇ ਹਾਂ ਨਾਨਕ ਮਤੇ, ਤੇ ਉੱਥੇ ਰੀਠੇ ਦਾ ਰੁੱਖ ਹੈ। ਆਪਾਂ ਆਮ ਹੀ ਜਾਣਦੇ ਹਾਂ ਰੀਠਾ ਕੌੜਾ ਹੁੰਦਾ, ਪਰ ਜਿਸ ਪਾਸੇ ਮਹਾਰਾਜ ਬੈਠੇ ਸਨ, ਜਿਸ ਸਾਈਡ 'ਤੇ ਮਹਾਰਾਜ ਬੈਠੇ, ਉਸ ਟਾਹਣੇ ਦੇ ਉਸ ਪਾਸੇ ਦੇ ਰੀਠੇ ਮਿੱਠੇ ਨੇ, ਲੋਕ ਪ੍ਰਸ਼ਾਦ ਦੇ ਰੂਪ ਵਿੱਚ ਲੈਂਦੇ, ਤੇ ਜਿਸ ਪਾਸੇ ਸਿੱਧ ਬੈਠੇ ਸਨ ਉਧਰ ਦੇ ਕੌੜੇ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੈ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੱਕ ਕੇ ਕੌੜੇ ਰੀਠਿਆਂ ਨੂੰ ਮਿੱਠੇ ਕਰ ਸਕਦੇ, ਤੇ ਉਹ ਬਚਨਾਂ ਦੇ ਨਾਲ ਕੀ ਰੁੱਖਾਂ ਨੂੰ ਫਲ ਨਹੀਂ ਲਾ ਸਕਦੇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਬਾਣੀ ਇਹ ਗੱਲ ਕਹਿੰਦੀ ਹੈ ਵੀ ਉਹਦੇ ਤੋਂ ਬਲਿਹਾਰ ਜਾਈਏ ਜਿਹੜਾ ਕੁਦਰਤ ਵਿੱਚ ਵਸਿਆ ਹੋਇਆ, ਪਰ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ। ਅਸੀਂ ਤੇ ਆਪਣੀ ਬੁੱਧੀ ਮੁਤਾਬਕ ਸੋਚਦੇ ਹਾਂ ਵੀ ਮੇਰੀ ਅਕਲ ਇੱਥੋਂ ਤੱਕ ਕੰਮ ਕਰਦੀ ਹੈ, ਬਸ ਇਸ ਤੋਂ ਅੱਗੇ ਕੁਝ ਨਹੀਂ ਹੈ। ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਪਰ ਸਤਿਗੁਰੂ ਕਹਿਣ ਲੱਗੇ ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਹਾਲੇ ਤਾਂ ਕਿਸੇ ਨੇ ਲਖਿਆ ਹੀ ਨਹੀਂ, ਜਾਣਿਆ ਹੀ ਨਹੀਂ। ਕੋਈ ਕਹਿ ਨਹੀਂ ਸਕਦਾ ਵੀ ਮੈਂ ਰੱਬ ਦਾ ਅੰਤ ਪਾ ਆਇਆ, ਜਾਂ ਰੱਬ ਇਹ ਕਰ ਸਕਦਾ ਇਹ ਨਹੀਂ ਕਰ ਸਕਦਾ। ਪਰਮੇਸ਼ਰ ਜੋ ਚਾਹਵੇ ਉਹ ਕਰ ਸਕਦਾ। ਜਦੋਂ ਹਰਨਾਕਸ਼ ਨੇ ਵਰ ਮੰਗਿਆ ਸੀ ਨਾ, ਹਰਨਾਕਸ਼ ਵੀ ਤੇ ਸਾਡੇ ਵਰਗਾ ਹੀ ਸੀ ਨਾ, ਬੜੀ ਤੇਜ਼ ਅਕਲ ਦਾ ਮਾਲਕ, ਬੜਾ ਸਿਆਣਾ, ਬੜਾ ਚਤੁਰ। ਤੇ ਵਾਰੇ ਮੰਗਿਆ ਸੀ ਵੀ ਮੈਂ ਕਦੇ ਮਰਾਂ ਨਾ, ਦਿਨੇ ਰਾਤ ਅੰਦਰ ਬਾਹਰ ਉੱਪਰ ਥੱਲੇ। ਆਪਾਂ ਸਾਖੀ ਕਈ ਵਾਰੀ ਸਰਵਣ ਕੀਤੀ ਹੈ। ਇੱਥੋਂ ਤੱਕ ਕਿ ਮੈਨੂੰ ਨਾ ਕੋਈ ਬੰਦਾ ਮਾਰ ਸਕੇ ਤੇ ਨਾ ਜਾਨਵਰ ਮਾਰ ਸਕੇ। ਤੇ ਇਹ ਵੀ ਮੰਗ ਲਿਆ ਵੀ ਮੈਂ ਕਿਸੇ ਸ਼ਸਤਰ ਦੇ ਨਾਲ, ਕਾਚੂ ਕਰਦ ਦੇ ਨਾਲ, ਤੀਰ ਬੰਦੂਕ ਗੋਲੀ ਦੇ ਨਾਲ ਮਰਾਂ ਹੀ ਨਾ, ਮੈਨੂੰ ਕੋਈ ਮਾਰੇ ਹੀ ਨਾ। ਪਰ ਉਦੋਂ ਹਰਨਾਕਸ਼ ਨੇ ਇਹ ਨਹੀਂ ਨਾ ਸੋਚਿਆ ਵੀ ਮੈਂ ਬੜਾ ਚਲਾਕ ਹਾਂ, ਪਰ ਪਰਮਾਤਮਾ ਨੂੰ ਛਲਿਆ ਥੋੜ੍ਹੀ ਜਾ ਸਕਦਾ। ਉਹ ਤੇ ਉਹਦਾ ਅੰਤ ਨਾ ਜਾਈ ਲਖਿਆ, ਉਹਦਾ ਅੰਤ ਥੋੜ੍ਹੀ, ਉਹ ਕੀ ਪਤਾ ਨਵਾਂ ਕੌਤਕ ਕੀ ਰਚੇਗਾ। ਤੇ ਫਿਰ ਆਪਾਂ ਸਾਖੀ ਪੜ੍ਹਦੇ ਹਾਂ ਨਾ ਵੀ ਰੱਬ ਨੇ ਫਿਰ ਰੂਪ ਹੀ ਇਹੋ ਜਿਹਾ ਬਣਾ ਲਿਆ ਵੀ ਧੜ ਬੰਦੇ ਦਾ ਲਾਇਆ ਤੇ ਮੂੰਹ ਉੱਪਰੋਂ ਸ਼ੇਰ ਦਾ ਲਾਇਆ। ਨਰ ਸਿੰਘ ਬਣ ਗਿਆ, ਨਰ ਮਨੁੱਖ ਤੇ ਸਿੰਘ ਸ਼ੇਰ। ਤੇ ਆਪਣੇ ਸਾਹਮਣੇ ਹੀ ਹੈ, ਹਰਨਾਕਸ਼ ਦੁਸ਼ਟ ਹਰ ਮਾਰਿਆ। ਬਾਣੀ ਆਪਣੇ ਕੋਲ ਹੈ। ਪਰ ਉਦੋਂ ਹਰਨਾਕਸ਼ ਨੇ ਵੀ ਨਹੀਂ ਸੀ ਸੋਚਿਆ ਵੀ ਰੱਬ ਇਹੋ ਜਿਹਾ ਰੂਪ ਬਣਾ ਲਏਗਾ, ਮੈਨੂੰ ਮਾਰਨ ਵਾਸਤੇ ਆਪਣੇ ਨਹੁੰ ਵੱਡੇ ਕਰੇਗਾ, ਮੈਨੂੰ ਮਾਰਨ ਵਾਸਤੇ ਆਪਣੇ ਗੋਡਿਆਂ 'ਤੇ ਬਿਠਾਵੇਗਾ।
ਨਹੀਂ ਸੀ ਸੋਚਿਆ, ਪਰ ਹੋ ਕੇ ਰਿਹਾ। ਅੱਜ ਵੀ ਕਈ ਹਰਨਾਕਸ਼ੀ ਬੁੱਧੀ ਵਾਲੇ ਲੋਕ ਨੇ, ਕਹਿੰਦੇ ਵੀ ਇਹ ਨਹੀਂ ਹੋ ਸਕਦਾ। ਜੇ ਸੋਚਿਆ ਤੇ ਫਿਰ ਗੁਰਮੁਖਾ ਹਰਨਾਕਸ਼ ਨੇ ਵੀ ਨਹੀਂ ਵੀ ਹੋ ਸਕਦਾ, ਪਰ ਹੋ ਕੇ ਰਿਹਾ ਨਾ। ਫਿਰ ਉਹ ਇਤਿਹਾਸ ਬਣ ਗਿਆ, ਫਿਰ ਉਹ ਗ੍ਰੰਥਾਂ ਵਿੱਚ ਲਿਖਿਆ ਗਿਆ ਵੀ ਇਸ ਤਰ੍ਹਾਂ ਰੱਬ ਨੇ ਆਹ ਕੰਮ ਕੀਤਾ। ਪ੍ਰਮਾਤਮਾ ਦੇ ਤੇ ਨਵੇਂ ਨਵੇਂ ਕੌਤਕ ਨੇ। ਜਿੱਥੇ ਮਨੁੱਖ ਸੋਚਦਾ ਵੀ ਇੱਥੋਂ ਗਾਂ ਕੁਝ ਨਹੀਂ ਹੋਣਾ, ਉਹ ਉੱਥੋਂ ਵੀ ਗਾਂ ਬੜਾ ਕੁਝ ਕਰ ਦਿੰਦਾ। ਤੇ ਕਦੇ ਸਮਾਂ ਕੱਢ ਕੇ ਸਾਖੀ ਨੂੰ ਸੁਣ ਤੇ ਵਿਚਾਰ ਵੀ ਜਦੋਂ ਹਰਨਾਕਸ਼ ਨੇ ਵਰ ਮੰਗਿਆ ਹੋਵੇਗਾ, ਦੁਨੀਆ ਨੇ ਉਹਨੂੰ ਆਖਿਆ ਹੋਵੇਗਾ ਵੀ ਹਰਨਾਕਸ਼ ਬੜਾ ਹੀ ਸਿਆਣਾ, ਇਹਨੇ ਤੇ ਮੌਤ ਦਾ ਰਾਹ ਕੋਈ ਛੱਡਿਆ ਹੀ ਨਹੀਂ, ਮੌਤ ਆਵੇਗੀ ਕਿਹੜੇ ਪਾਸਿਓ, ਇਹ ਤੇ ਮਰੇਗਾ ਨਹੀਂ। ਪਰ ਜਦੋਂ ਮਰਿਆ ਦੁਨੀਆ ਹੈਰਾਨ ਹੋ ਗਈ ਵੀ ਇਸ ਤਰ੍ਹਾਂ ਵੀ ਹੋ ਸਕਦਾ, ਰੱਬ ਇਹੋ ਜਿਹਾ ਰੂਪ ਲਿਆ ਸਕਦਾ, ਪਰਮੇਸ਼ਰ ਇਹ ਕਰ ਸਕਦਾ। ਉਹਦੀ ਮਹਿਮਾ ਨੂੰ ਕੋ ਵਿਰਲਾ ਜਾਣੇ। ਮਹਾਰਾਜ ਕਹਿੰਦੇ ਵਿਰਲਾ ਹੀ ਹੈ ਦੁਨੀਆ ਵਿੱਚ ਜਿਹੜਾ ਉਹਦੀ ਸਿਫਤ ਨੂੰ ਮਹਿਮਾ ਨੂੰ ਜਾਣਦਾ। ਦੁਨੀਆ ਨੂੰ ਪਤਾ ਹੀ ਨਹੀਂ ਵੀ ਪਰਮਾਤਮਾ ਕਰ ਕੀ ਸਕਦਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਤੇ ਉਹ ਮਹਾਰਾਜ ਨੇ ਰੀਠੇ ਮਿੱਠੇ ਕਰ ਦਿੱਤੇ। ਅੱਜ ਵੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਐਸੀ ਮਹਿਮਾ। ਤੇ ਭਾਈ ਲਹਿਣਾ ਤੇ ਨਹੀਂ ਨਾ ਕਹਿ ਸਕਦੇ ਵੀ ਫਲ ਡਿੱਗਣ ਤੇ ਭਾਵੇਂ ਨਾ ਡਿੱਗਣ ਮੇਰਾ ਕੰਮ ਹੈ, ਰੁੱਖ ਨੂੰ ਹਿਲਾ ਦੇਣਾ ਹਲੂਣਾ ਦੇਣਾ, ਨਹੀਂ। ਇਹ ਤੇ ਨਿਸ਼ਰਦਕ ਬੰਦੇ ਦੇ ਮਨ ਵਿੱਚ ਗੱਲ ਆ ਸਕਦੀ ਹੈ। ਜਿਹਦੇ ਮਨ ਵਿੱਚ ਭਰੋਸਾ ਹੈ ਨਾ, ਉਹ ਇਹ ਗੱਲ ਕਹੇਗਾ ਵੀ ਫਲ ਡਿੱਗਣਗੇ ਕਿਉਂ ਨਹੀਂ। ਗੁਰੂ ਨਾਨਕ ਸਾਹਿਬ ਆਖੇ ਤੇ ਕਾਇਨਾਤ ਉਹਨਾਂ ਦਾ ਬਚਨ ਨਾ ਮੰਨੇ, ਕੁਦਰਤ ਬਚਨ ਨਾ ਮੰਨੇ, ਮਾਲਕ ਦਾ ਬਚਨ ਜੇ ਨੌਕਰ ਨੇ ਨਾ ਮੰਨਿਆ ਤੇ ਮਾਲਕ ਕਾਹਦਾ ਹੋਇਆ। ਤੇ ਮਾਲਕ ਕੌਣ ਹੈ? ਗੁਰੂ ਨਾਨਕ ਦੇਵ ਪਾਤਸ਼ਾਹ। ਤੇ ਉਹਨਾਂ ਦੀ ਸਾਜੀ ਹੋਈ ਸ੍ਰਿਸ਼ਟੀ, ਉਹਨਾਂ ਦਾ ਹੁਕਮ ਕਿਵੇਂ ਨਹੀਂ ਮੰਨੇਗੀ, ਮੰਨਣਾ ਹੀ ਪਵੇਗਾ। ਤੇ ਭਾਈ ਲਹਿਣਾ ਸਾਹਿਬ ਜੀ ਨੇ ਬਚਨ ਆਖੇ, ਕਹਿਣ ਲੱਗੇ ਵੀ ਕਿਵੇਂ ਨਹੀਂ ਪ੍ਰਾਪਤ ਹੋਣਗੇ। ਜੇ ਗੁਰੂ ਨਾਨਕ ਸਾਹਿਬ ਆਖਣ ਤੇ ਸਭ ਕੁਝ ਹੋ ਸਕਦਾ। ਪਰ ਬਚਨ ਆਪਾਂ ਇੱਥੋਂ ਸ਼ੁਰੂ ਕੀਤਾ, ਕੋ ਵਿਰਲਾ ਜਾਣੈ ਤੂੰ ਬੇਅੰਤ। ਪਰਮਾਤਮਾ ਹੈ ਤੇ ਤੂੰ ਬੜਾ ਬੇਅੰਤ, ਪਰ ਤੇਰੀ ਕਿੰਨੀ ਕੁ ਬੇਅੰਤਤਾਈ ਹੈ, ਕੋ ਵਿਰਲਾ ਜਾਣੇ। ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝੇਗਾ, ਸਾਰੇ ਨਹੀਂ ਸਮਝਣਗੇ। ਤੇ ਕਰਤਾਰਪੁਰ ਦੀ ਧਰਤੀ ਤੇ ਕਿੰਨੇ ਸਿੱਖ ਇਕੱਠੇ ਹੋਏ ਹੋਣਗੇ, ਮਾਈਆਂ ਬੀਬੀਆਂ ਬਜ਼ੁਰਗ ਬੱਚੇ ਤੇ ਸਿੱਖ ਮਹਾਰਾਜ ਦੇ। ਪਰ ਇੰਨਿਆਂ ਵਿੱਚੋਂ ਕੇਵਲ ਭਾਈ ਲਹਿਣੇ ਨਹੀਂ ਜਾਣਿਆ ਵੀ ਇਹ ਬੇਅੰਤ ਨੇ। ਹਜ਼ਾਰਾਂ ਦੀ ਗਿਣਤੀ ਵਿੱਚੋਂ ਇੱਕ ਨੇ, ਲੱਖਾਂ ਦੀ ਗਿਣਤੀ ਵਿੱਚੋਂ ਇੱਕ ਨੇ ਜਾਣਿਆ ਵੀ ਇਹ ਬੇਅੰਤ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਥਾ ਸੁਣਨ ਵਾਲੇ ਬੜੇ ਨੇ, ਕੀਰਤਨ ਸੁਣਨ ਵਾਲੇ ਬੜੇ ਨੇ, ਨਿਤਨੇਮ ਸੁਣਨ ਤੇ ਕਰਨ ਵਾਲੇ ਬੜੇ ਨੇ, ਪਰ ਉਹਨਾਂ ਬੜਿਆਂ ਦੇ ਵਿੱਚੋਂ ਬਹੁਤਿਆਂ ਦੇ ਵਿੱਚੋਂ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਇਹ ਜਾਣੇਗਾ ਵੀ ਤੂੰ ਬੇਅੰਤ ਹੈ, ਤੂੰ ਵੱਡਾ ਹੈ। ਇਹ ਗੁਰੂ ਅਰਜਨ ਸਾਹਿਬ ਦੇ ਅਗੰਮੀ ਬਚਨ ਨੇ। ਕਹਿਣ ਲੱਗੇ, ਪਰਮਾਤਮਾ ਜੀ ਤੁਸੀਂ ਹੋ ਤੇ ਬੜੇ ਬੇਅੰਤ, ਪਰ ਇਸ ਗੱਲ ਨੂੰ ਸਮਝਣ ਦੀ ਵੀ ਇੱਕ ਅਕਲ ਚਾਹੀਦੀ, ਇੱਕ ਦਾਇਰਾ ਚਾਹੀਦਾ। ਤੇ ਜਿਨ੍ਹਾਂ ਦਾ ਦਾਇਰਾ ਬਣਿਆ ਨਾ, ਵਿਸ਼ਾਲ ਵੱਡੇ ਉੱਚੀ ਸੁੱਚੀ ਸੋਚ। ਆਪਾਂ ਆਖਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਜਿਨ੍ਹਾਂ ਦੀ ਉੱਚੀ ਮੱਤ ਤੁਸੀਂ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਜਾਣਿਆ ਵੀ ਤੁਸੀਂ ਬੇਅੰਤ ਹੋ। ਬਾਕੀ ਤੇ ਸੰਸਾਰ ਦੇ ਲੋਕ ਐਵੇਂ ਨਿੰਦਿਆ ਕਰਨ ਵਿੱਚ, ਈਰਖਾ ਕਰਨ ਵਿੱਚ ਲੱਗੇ ਹੋਏ। ਐਸੀ ਤੁਹਾਡੀ ਮਹਿਮਾ ਹੋ ਰਹੀ ਹੈ। ਗੁਰ ਪ੍ਰਸਾਦ ਕੋ ਸ਼ਬਦ ਪਛਾਣਾ। ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ। ਪ੍ਰਸਾਦ ਤੋਂ ਭਾਵ ਹੁੰਦਾ ਕਿਰਪਾ। ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਜੋ ਸੰਸਾਰ ਹੈ ਨਾ, ਜਿਹਦੇ ਵਿੱਚ ਆਪਾਂ ਆਏ ਹਾਂ ਜਨਮ ਲੈ ਕੇ, ਇਸ ਸੰਸਾਰ ਦੇ ਵਿੱਚ ਬ੍ਰਹਮ ਹੈ। ਕਿਵੇਂ ਪਤਾ ਲੱਗੇਗਾ? ਗੁਰ ਪ੍ਰਸਾਦ, ਗੁਰੂ ਕਿਰਪਾ ਦੇ ਨਾਲ। ਸੰਸਾਰ ਵਿੱਚ ਪਰਮੇਸ਼ਰ ਤੇ ਹੈ, ਬਲਿਹਾਰੀ ਕੁਦਰਤ ਵਸਿਆ। ਬਾਣੀ ਦੀ ਪੰਕਤੀ ਫਿਰ ਪਹਿਲੀ ਆ ਗਈ ਹੈ ਵੀ ਤੂੰ ਸੰਸਾਰ ਵਿੱਚ ਵਸਿਆ ਹੋਇਆ। ਸੰਸਾਰ ਦੇ ਵਿੱਚ ਨਿਰੰਕਾਰ ਵਸਿਆ। ਇਸ ਗੱਲ ਨੂੰ ਜਾਣੇਗਾ ਉਹ ਜਿਹਦੇ ਤੇ ਗੁਰ ਪ੍ਰਸਾਦ, ਜਿਹਦੇ ਤੇ ਗੁਰੂ ਕਿਰਪਾ ਹੋਵੇਗੀ। ਤੇ ਆਪਾਂ ਇਹ ਬਚਨ ਕਈ ਵਾਰੀ ਸਰਵਨ ਕਰਦੇ ਹਾਂ, ਉਦਾਹਰਣ ਵੀ ਦਿੰਦੇ ਹਾਂ। ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹਨਾਂ ਨੇ ਦੁਸ਼ਮਣ ਵਿੱਚ ਵੀ ਆਖਿਆ ਵੀ ਪਾਤਸ਼ਾਹ ਤੂੰ ਹੀ ਹੈ, ਭਾਈ ਕਨ੍ਹਈਆ। ਤੇ ਜਿਹੜੇ ਕਿਰਪਾ ਤੋਂ ਖਾਲੀ ਨੇ, ਉਹਨਾਂ ਨੇ ਰੱਬ ਦੇ ਵਿੱਚ ਵੀ ਆਖਿਆ ਵੀ ਸਾਨੂੰ ਨਹੀਂ ਦੀਦਾ। ਉਹਨੂੰ ਵੀ ਉਹਨਾਂ ਦੁੱਖ ਦਿੱਤੇ, ਤਸੀਹੇ ਦਿੱਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ ਗੁਰਮੁਖਾ ਸਮਝਣ ਵਾਸਤੇ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ
ਕੋ ਸ਼ਬਦ ਪਛਾਣੈ, ਕੋਈ ਹੈ ਵਿਰਲਾ ਜਿਹੜਾ ਸ਼ਬਦ ਸੰਸਾਰ ਦੇ ਵਿੱਚ ਸ਼ਬਦ ਕਹੀਏ ਬ੍ਰਹਮ ਨੂੰ ਪਛਾਣਦਾ ਹੈ। ਜਿਮੀ ਜਮਾਨ ਕਹਿ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। 10ਵੇਂ ਪਾਤਸ਼ਾਹ ਨੇ ਲਿਖਿਆ। ਤੇ 10ਵੇਂ ਪਾਤਸ਼ਾਹ ਦੇ ਸੰਤਾਂ ਨੇ ਲਿਖਿਆ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇਹ ਸਾਧੂਆਂ ਨੇ ਉਦਾਹਰਨ ਦਿੱਤੀ ਹੈ। ਮਹਾਰਾਜ ਕਹਿਣ ਲੱਗੇ ਸਭੈ ਘਟ ਰਾਮ ਬੋਲੇ। ਹੁਣ ਭਗਤਾਂ ਨੇ ਵੀ ਇਹੋ ਹੀ ਸਿਫਾਰਿਸ਼ ਕੀਤੀ ਹੈ। ਗੁਰੂ ਵੀ ਉਹੀ ਬਚਨ ਕਰਦਾ, ਗੁਰੂ ਦੇ ਸੰਤ ਵੀ ਉਹੀ ਬਚਨ ਕਰਦੇ, ਔਰ ਭਗਤ ਵੀ ਕਹਿੰਦੇ, ਕਹਿਣ ਲੱਗੇ ਘਟ ਘਟ ਮੈਂ ਹਰ ਜੂ ਬਸੈ। ਤੇ ਭਗਤ ਕਹਿੰਦੇ ਨੇ ਪਰਮਾਤਮਾ ਸਭੈ ਘਟ ਰਾਮ ਬੋਲੇ। ਪਰ ਐਸੇ ਵਿਰਲੇ ਨੇ ਜਿਨ੍ਹਾਂ ਦੇ ਗੁਰ ਪ੍ਰਸਾਦ, ਜਿਨ੍ਹਾਂ ਤੇ ਗੁਰੂ ਕਿਰਪਾ ਹੋਈ ਹੈ, ਉਹ ਵਿਰਲਿਆਂ ਨੇ ਇਹ ਗੱਲ ਆਖੀ ਹੈ ਵੀ ਤੂੰ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਹੈ। ਸੇਵਕ ਕੀ ਅਰਦਾਸ ਪਿਆਰੇ। ਮੈਂ ਆਪ ਜੀ ਦਾ ਸੇਵਕ ਹਾਂ, ਦਾਸ ਹਾਂ, ਤੇ ਮੇਰੀ ਇੱਕ ਅਰਦਾਸ ਹੈ। ਅਰਦਾਸ ਨਾਮ ਗੁਰਮੁਖੋ ਬੇਨਤੀ ਦਾ। ਮੇਰੀ ਇੱਕ ਬੇਨਤੀ ਹੈ, ਜੋਦੜੀ ਇੱਕ ਤਰਲਾ ਹੈ ਆਪ ਜੀ ਦੇ ਚਰਨਾਂ ਵਿੱਚ। ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਤਿਗੁਰੂ ਜੀ ਜਿਹੜੇ ਤੁਹਾਡੇ ਚਰਨ ਨੇ ਨਾ, ਗੁਰੂ ਦੇ ਚਰਨ ਕੀ ਨੇ? ਨਾਮ। ਇਹ ਹੈ ਗੁਰੂ ਦੇ ਚਰਨ। ਚਿੱਤ ਚਰਨ ਨਾਮ ਆਪਾਂ ਪੜ੍ਹਦੇ ਨਹੀਂ ਜਾਪ ਸਾਹਿਬ ਦੇ ਵਿੱਚ। ਜਿਹੜਾ ਨਾਮ ਹੈ ਇਹ ਪਰਮੇਸ਼ਰ ਦੇ ਚਰਨ ਨੇ। ਜਪ ਜੀਵਾ ਪ੍ਰਭ ਚਰਨ ਤੁਮਾਰੇ। ਜਿਹੜੇ ਆਪ ਜੀ ਦੇ ਚਰਨ ਨੇ ਨਾ, ਨਾਮ ਉਸ ਨੂੰ ਜਪਦਾ ਹਾਂ ਤੇ ਮੇਰਾ ਜਿਉਣਾ ਹੁੰਦਾ ਹੈ। ਨਹੀਂ ਜਪਦਾ ਤੇ ਮਰਨਾ ਹੋ ਜਾਂਦਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਇੱਥੇ ਮਹਾਰਾਜ ਕਹਿੰਦੇ ਜਪ ਜੀਵਾਂ। ਜਦੋਂ ਮੈਂ ਤੇਰੇ ਨਾਮ ਨੂੰ ਜਪਦਾ ਹਾਂ ਤੇ ਮੇਰਾ ਜਿਉਣਾ ਹੁੰਦਾ। ਪਰ ਤੇਰਾ ਨਾਮ ਕਿੱਥੇ ਹੈ? ਪ੍ਰਭ ਚਰਨ ਤੁਮਾਰੇ। ਤੁਹਾਡੇ ਚਰਨਾਂ ਦੇ ਨਾਲ ਲਾ ਕੇ। ਤੇ ਚਰਨ ਕੀ ਹੈ? ਗੁਰੂ ਦਾ ਨਾਮ, ਦਿੱਤਾ ਹੋਇਆ ਉਪਦੇਸ਼। ਜਿਹੜੇ ਗੁਰੂ ਦੇ ਉਪਦੇਸ਼ ਨੂੰ ਲੈਂਦੇ ਨੇ ਉਹ ਜਪ ਜਪ ਕੇ ਜਿਉਂਦੇ ਹਨ। ਦਿਆਲ ਪੁਰਖ ਮੇਰੇ ਪ੍ਰਭ ਦਾਤੇ। ਸਤਿਗੁਰੂ ਫਰਮਾਉਂਦੇ ਨੇ ਦਇਆਲ। ਦਿਆਲ ਤੇ ਦਇਆਲ ਦੇ ਵਿੱਚ ਫਰਕ ਹੈ। ਸਤਿਗੁਰਾਂ ਨੇ ਕਿਤੇ ਵੀ ਦਿਆਲ ਨਹੀਂ ਲਿਖਿਆ, ਜਿੱਥੇ ਵੀ ਲਿਖਿਆ ਦਇਆਲ ਹੀ ਲਿਖਿਆ। ਦੱਦਾ ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ ਲੱਲਾ। ਪਰ ਅਸੀਂ ਜਦੋਂ ਆਮ ਪੜ੍ਹਦੇ ਹਾਂ ਨਾ, ਉਦੋਂ ਅਸੀਂ ਦੱਦੇ ਨੂੰ ਸਿਹਾਰੀ ਲਾ ਕੇ ਐੜੇ ਨੂੰ ਕੰਨਾ ਤੇ ਲੱਲਾ ਲਾ ਦਿੰਦੇ, ਈੜੀ ਵਿੱਚੋਂ ਖਤਮ ਕਰ ਦਿੰਦੇ, ਦਿਆਲ ਹੀ ਪੜ੍ਹਦੇ ਹਾਂ। ਕਿਉਂਕਿ ਆਮ ਨਾਮ ਸਾਡੀ ਜ਼ੁਬਾਨ 'ਤੇ ਦਿਆਲ ਹੀ ਚੜ੍ਹਿਆ ਹੋਇਆ। ਪਰ ਇੱਥੇ ਮਹਾਰਾਜ ਨੇ ਈੜੀ ਸ਼ਬਦ ਵੀ ਨਾਲ ਵਰਤਿਆ, ਦਇਆਲ। ਪਰਮਾਤਮਾ ਤੂੰ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਦਇਆਲ ਪੁਰਖ ਮੇਰੇ ਪ੍ਰਭ ਦਾਤਾ ਹੈ। ਐ ਦਾਤਿਆ ਤੂੰ ਵੱਡਾ ਦਾਤਾ ਹੈ। ਸਭਨਾ ਜੀਆਂ ਕਾ ਇੱਕੋ ਹੀ ਦਾਤੇ ਹੋ ਜਿਹੜੇ ਸਾਰੇ ਜੀਵਾਂ ਨੂੰ ਦਾਨ ਦਿੰਦੇ ਹੋ। ਤੇ ਇੰਨੇ ਦਿਆਲੂ ਹੋ ਨਾ। ਸਾਡੇ ਘਰ ਦੇ ਵਿੱਚ ਕੋਈ ਮੈਂਬਰ ਗਲਤੀ ਕਰੇ ਨਾ, ਵੱਡਾ ਗੁਨਾਹ ਕਰੇ, ਤੇ ਮਾਂ ਬਾਪ ਕੰਮ ਜਾਂਦੇ ਵੀ ਅੱਜ ਇਹਨੇ ਗਲਤੀ ਕੀਤੀ ਹੈ, ਕੱਲ੍ਹ ਨੂੰ ਵੀ ਕਰੇਗਾ ਤੇ ਫਿਰ ਕੀ ਬਣੇਗਾ। ਤੇ ਫਿਰ ਮਾਂ ਬਾਪ ਉਹਨੂੰ ਸਜ਼ਾ ਦਿੰਦੇ, ਇਹਨੂੰ ਰੋਟੀ ਨਹੀਂ ਦੇਣੀ, ਇਹਨੂੰ ਬੁਲਾਉਣਾ ਨਹੀਂ ਕਿਸੇ ਨੇ। ਸਾਡੇ ਘਰਾਂ ਵਿੱਚ ਆਮ ਹੀ ਹੁੰਦਾ ਨਾ, ਅਸੀਂ ਪਰਿਵਾਰ ਦੇ ਮੈਂਬਰ ਨੂੰ ਇਹਨੂੰ ਬੁਲਾਇਓ ਨਾ ਕੋਈ ਜਾਣਾ, ਇਹਨੂੰ ਖਾਣ ਵਾਸਤੇ ਨਾ ਕੁਝ ਦਿਓ, ਇਹਨੇ ਗਲਤੀ ਕੀਤੀ ਹੈ, ਅੱਜ ਨਹੀਂ ਰੋਕਾਂਗੇ ਤੇ ਕੱਲ੍ਹ ਨੂੰ ਫਿਰ ਕਰੇਗਾ। ਸਾਨੂੰ ਇੱਕ ਗਲਤੀ ਦਾ ਪਤਾ ਲੱਗਾ, ਅਸੀਂ ਰੋਟੀ ਬੰਦ ਕਰ ਦਿੱਤੀ ਹੈ। ਤੇ ਜੇ ਕੋਈ ਸਾਡੇ ਨਾਲ ਵਾਧਾ ਘਾਟਾ ਸੰਸਾਰ ਵਿੱਚ ਕਰੇ ਤੇ ਅਸੀਂ ਰਿਸ਼ਤੇਦਾਰੀ ਖਤਮ ਕਰ ਦਿੰਦੇ ਹਾਂ, ਭਾਵੇਂ ਕਿੰਨੇ ਵੀ ਨੇੜੇ ਕਿਉਂ ਨਾ ਹੋਈਏ। ਨੇੜੇ ਦੀ ਰਿਸ਼ਤੇਦਾਰੀ ਅਸੀਂ ਅਗਲੇ ਦਾ ਇੱਕ ਗੁਨਾਹ ਵੇਖ ਕੇ, ਗਲਤੀ ਵੇਖ ਕੇ ਉਹਦੇ ਨਾਲ ਨਾਤਾ ਤੋੜ ਲਿਆ ਵੀ ਤੇਰੇ ਘਰੇ ਮੈਂ ਨਹੀਂ ਆਵਾਂਗਾ, ਮਰਨੇ ਪਰਨੇ ਤੇ ਤੂੰ ਮੇਰੇ ਘਰੇ ਨਾ ਆਈ। ਤੇ ਜੇ ਪਰਿਵਾਰ ਦਾ ਸਾਡਾ ਕੋਈ ਮੈਂਬਰ ਹੈ, ਉਹਦੇ ਨਾਲ ਰੋਟੀ ਬੰਦ, ਬੋਲ ਚਾਲ ਬੰਦ। ਜਿੰਨਾ ਚਿਰ ਉਹ ਮਾਫੀ ਨਹੀਂ ਨਾ ਮੰਗਦਾ ਉਹਨਾਂ ਚਿਰ ਉਹਨੂੰ ਦਿੱਤਾ ਨਹੀਂ ਜਾਂਦਾ ਕੁਝ। ਪਰ ਪਰਮਾਤਮਾ ਕਿਹੋ ਜਿਹਾ, ਉਹਨੂੰ ਰੋਜ਼ ਸਾਡਾ ਪਤਾ ਵੀ ਮੈਂ ਅੱਜ ਕਿੰਨੀਆਂ ਚੁਗਲੀਆਂ ਕੀਤੀਆਂ, ਮੈਂ ਅੱਜ ਕਿੰਨਿਆਂ ਦੇ ਘਰਾਂ ਵਿੱਚ ਅੱਗ ਲਾਈ ਹੈ, ਮੈਂ ਅੱਜ ਕਿੰਨਿਆਂ ਨੂੰ ਠੱਗ ਕੇ ਖਾਧਾ, ਮੈਂ ਅੱਜ ਕਿੰਨਿਆਂ ਦਾ ਮਾੜਾ ਕੀਤਾ, ਸਾਰਾ ਹੀ ਪਤਾ ਉਹਨੂੰ। ਪਰ ਉਹਨੇ ਕਦੇ ਨਹੀਂ ਆਖਿਆ ਵੀ ਇਸ ਬੰਦੇ ਨੇ ਅੱਜ 5-10 ਚੁਗਲੀਆਂ ਕੀਤੀਆਂ ਤੇ ਮੈਂ ਅੱਜ ਇਹਨੂੰ ਖਾਣ ਵਾਸਤੇ ਨਹੀਂ ਦੇਣਾ। ਇਸ ਬੰਦੇ ਨੇ 5-10 ਘਰਾਂ ਵਿੱਚ ਝਗੜਾ ਪਾਇਆ ਤੇ ਮੈਂ ਇਹਨੂੰ ਖਾਣ ਵਾਸਤੇ ਨਹੀਂ ਦੇਣਾ। ਇਸ ਬੰਦੇ ਨੇ ਫਲਾਣੇ ਦਾ ਬੜਾ ਨੁਕਸਾਨ ਕੀਤਾ ਹੈ ਤੇ ਮੈਂ ਇਹਨੂੰ ਖਾਣ ਵਾਸਤੇ ਨਹੀਂ ਦੇਣਾ। ਉਹ ਦਿਆਲੂ ਇੰਨਾ ਹੈ, ਬੰਦੇ ਦੇ ਐਬ ਵੇਖਦਾ ਜ਼ਰੂਰ ਹੈ ਪਰ ਦੇਣ ਲੱਗਿਆ ਪਿੱਛੇ ਨਹੀਂ ਹਟਦਾ।
ਪਰ ਦੇਤ ਨਾ ਹਾਰੈ। ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਮਾਂ ਨੇ ਬੱਚਾ ਜੰਮਿਆ, ਬੱਚੇ ਨੇ ਗਲਤੀ ਕੀਤੀ, ਮਾਂ ਨੇ ਆਖਿਆ ਰੋਟੀ ਨਹੀਂ ਦੇਵਾਂ, ਹਾਲੇ ਕਿ ਆਪ ਪੈਦਾ ਕੀਤਾ, ਗਲਤੀ ਕੀਤੀ ਹੈ। ਪਰਮਾਤਮਾ ਮਾਂ ਨਾਲੋਂ ਵੀ ਜ਼ਿਆਦਾ ਦਿਆਲੂ ਆ। ਆਪਾਂ ਆਖਦੇ ਨਾ ਮਾਂ ਦੇ ਵਿੱਚ ਮਮਤਾ ਹੈ, ਮਾਂ ਬੜੀ ਦਿਆਲਤਾ ਕਰਦੀ ਬੱਚੇ 'ਤੇ, ਪਰ ਕਿਸੇ ਸਮੇਂ ਮਾਂ ਵੀ ਤਾਂ ਸਖਤ ਹੋ ਜਾਂਦੀ ਹੈ। ਪਰਮਾਤਮਾ ਇੰਨਾ ਦਿਆਲੂ ਹੈ, ਬੱਚੇ ਨੇ ਇੱਕ ਗਲਤੀ ਕੀਤੀ ਹੈ, ਮਾਂ ਨੇ ਤਾੜਨਾ ਕੀਤੀ ਹੈ, ਬੰਦਿਆ ਤੂੰ ਤੇ ਰੋਜ਼ ਗਲਤੀਆਂ ਕਰਦਾ, ਹਰ ਵੇਲੇ ਗਲਤੀਆਂ ਕਰਦਾ, ਪਰ ਪਰਮਾਤਮਾ ਦੇਤ ਨਾ ਹਾਰੈ। ਉਹ ਦਿੰਦਾ ਹੋਇਆ ਪਿੱਛੇ ਨਹੀਂ ਹਟਦਾ ਵੀ ਅੱਜ ਇਹਨੇ ਗਲਤੀ ਕੀਤੀ ਹੈ ਮੈਂ ਰੋਟੀ ਨਹੀਂ ਦੇਵਾਂਗਾ। ਚੋਰਾਂ ਨੂੰ ਕਿ ਰੋਟੀ ਨਹੀਂ ਮਿਲਦੀ? ਚੋਰ ਵੀ ਤੇ ਰੋਟੀ ਖਾਂਦੇ, ਜਲਾਦ ਵੀ ਤੇ ਰੋਟੀ ਖਾਂਦੇ, ਕਸਾਈ ਵੀ ਤੇ ਰੋਟੀ ਖਾਂਦੇ, ਠੱਗ ਵੀ ਤੇ ਰੋਟੀ ਖਾਂਦੇ ਨੇ, ਲੁਟੇਰੇ ਵੀ ਤੇ ਰੋਟੀ ਖਾਂਦੇ ਨੇ। ਇਹ ਨਹੀਂ ਵੀ ਰੱਬ ਨੂੰ ਪਤਾ ਨਹੀਂ ਹੈ, ਪਤਾ ਤੇ ਉਹਨੂੰ ਸਾਰਾ ਹੀ ਹੈ, ਪਰ ਉਹ ਦੇਣ ਲੱਗਿਆ ਪਿੱਛੇ ਨਹੀਂ ਹਟਦਾ। ਦਿਆਲੂ ਜੋ ਹੋਇਆ, ਦਇਆਲ ਪੁਰਖ ਪਰਮਾਤਮਾ ਜੀ ਇੰਨੇ ਦਿਆਲੂ ਹੋ, ਮਾੜਿਆਂ ਨੂੰ ਵੀ ਦਿੰਦੇ, ਚੰਗਿਆਂ ਨੂੰ ਵੀ ਦਿੰਦੇ। ਆਪ ਜੀ ਮੇਰੇ ਦਾਤੇ ਹੋ। ਜਿਸੇ ਜਿਨਾਵੋ ਤਨੇ ਤੁਮ ਜਾਤੇ, ਪਰ ਜਿਨ੍ਹਾਂ ਨੂੰ ਤੁਸੀਂ ਆਪਣਾ ਆਪ ਜਿਨਾਉਂਦੇ ਹੋ ਨਾ, ਦੱਸਦੇ ਹੋ ਵੀ ਫਲਾਣਿਆਂ ਬੰਦਿਆ ਤੂੰ ਮੈਨੂੰ ਜਾਣ, ਜਿਹਨੂੰ ਜਿਨਾਉਣਾ ਚਾਹੁੰਦੇ ਹੋ, ਆਪਣਾ ਆਪ ਵਿਖਾਉਣਾ ਚਾਹੁੰਦੇ ਹੋ, ਉਹੀ ਤੁਹਾਨੂੰ ਜਾਣ ਸਕਦਾ ਹੈ। ਸਦਾ ਸਦਾ ਜਾਈ ਬਲਿਹਾਰੀ, ਮੈਂ ਆਪ ਜੀ ਤੋਂ ਸਦਾ ਸਦਾ ਵਾਸਤੇ ਬਲਿਹਾਰ ਕੁਰਬਾਨ ਸਦਕੇ ਜਾਂਦਾ ਹਾਂ। ਦੁੱਧ ਦੇਖੋ ਓਟ ਤੁਮਾਰੀ, ਕਿਉਂ ਜਾਂਦਾ ਜੀ ਬਲਿਹਾਰ? ਕਿਉਂਕਿ ਸਾਨੂੰ ਜੇ ਮਤਲਬ ਨਾ ਹੋਵੇ ਕਿਸੇ ਨਾਲ ਤੇ ਅਸੀਂ ਤੇ ਪੁੱਛੀਏ ਨਾ ਕਿਸੇ। ਸਾਨੂੰ ਮਤਲਬ ਹੈ ਤਾਂ ਅਸੀਂ ਦੂਜੇ ਦੇ ਨੇੜੇ ਲੱਗਦੇ ਹਾਂ। ਦੁਨੀਆ ਇਹੋ ਜਿਹੀ ਹੈ ਨਾ, ਜਿਹਨੇ ਤੁਹਾਡੇ ਕੋਲੋਂ ਅੱਜ ਕੋਈ ਚੀਜ਼ ਲੈਣੀ ਹੈ ਨਾ, ਪਹਿਲਾਂ ਹੀ ਹਫ਼ਤਾ ਤੁਹਾਡੇ ਨੇੜੇ ਨੇੜੇ ਘੁੰਮੇਗਾ, ਤੁਹਾਡੀ ਸਿਫਤ ਦੇ ਪੁੱਲ ਬੰਨੇਗਾ, ਲੈਣਾ ਕੁਝ, ਜਦੋਂ ਮਤਲਬ ਨਿਕਲ ਗਿਆ ਤੁਹਾਨੂੰ ਰਾਹ ਜਾਂਦੇ ਨੂੰ ਬੁਲਾਏਗਾ ਨਹੀਂ। ਪਰ ਇੱਥੇ ਅਸੀਂ ਬਚਨੇ ਪੜ੍ਹਦੇ ਪਏ ਹਾਂ, ਸਦਾ ਸਦਾ ਜਾਈ ਬਲਿਹਾਰੀ। ਪਰਮਾਤਮਾ ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਬਲਿਹਾਰ ਤੇ ਮੈਂ ਤਾਂ ਜਾਂਦਾ ਪਿਆ ਕਿਉਂਕਿ ਮੈਨੂੰ ਮਤਲਬ ਪੈ ਗਿਆ ਤੇਰੇ ਨਾਲ, ਮੈਨੂੰ ਤੇਰੀ ਲੋੜ ਪੈ ਗਈ ਹੈ। ਕਾਹਦੀ ਲੋੜ ਪੈ ਗਈ ਹੈ? ਇਤ ਉਤ ਦੇਖੋ ਓਟ ਤੁਮਾਰੀ। ਮੈਨੂੰ ਪਤਾ ਵੀ ਇਸ ਦੁਨੀਆ ਵਿੱਚ ਵੀ ਤੇਰੇ ਬਿਨਾ ਮੇਰਾ ਕੁਝ ਨਹੀਂ ਹੋ ਸਕਦਾ। ਜਦੋਂ ਮਰ ਕੇ ਪਰਲੋਕ ਨੂੰ ਜਾਣਾ, ਉੱਥੇ ਵੀ ਤੇਰੇ ਬਿਨਾ ਮੇਰਾ ਕੁਝ ਨਹੀਂ ਹੋ ਸਕਦਾ। ਇਸ ਲੋਕ ਦੇ ਵਿੱਚ ਵੀ ਤੂੰ ਮਦਦ ਕਰਦਾ, ਪਰਲੋਕ ਦੇ ਵਿੱਚ ਵੀ ਮਦਦ ਕਰਦਾ। ਇਸ ਕਰਕੇ ਮੈਂ ਤੇਰੇ ਤੋਂ ਬਲਿਹਾਰ ਤਾਂ ਜਾਂਦਾ ਕਿਉਂਕਿ ਮੈਂ ਤੇ ਮਤਲਬੀ ਹਾਂ, ਤਾਂ ਤੇਰੇ ਤੋਂ ਸਦਕੇ ਗਿਆ ਵੀ ਲੋਕ ਪਰਲੋਕ ਵਿੱਚ ਤੂੰ ਮਦਦ ਕਰਨ ਵਾਲਾ ਹੈ। ਮੋਹਿ ਨਿਰਗੁਣ ਗੁਣ ਕਿਛੁ ਨ ਜਾਤਾ, ਮੈਂ ਤੇ ਐਡਾ ਨਿਰਗੁਣ ਹਾਂ, ਮੇਰੇ ਵਿੱਚ ਤੇ ਗੁਣ ਕੋਈ ਨਹੀਂ ਹੈ। ਪਰ ਪਰਮਾਤਮਾ ਮੇਰੇ ਵਿੱਚ ਗੁਣ ਨਹੀਂ ਹੈ, ਮੈਂ ਤੇਰੇ ਗੁਣ ਨੂੰ ਵੀ ਨਹੀਂ ਜਾਣਿਆ, ਤੇਰੇ ਪਰਉਪਕਾਰ ਨੂੰ ਵੀ ਨਹੀਂ ਜਾਣਿਆ। ਆਪਾਂ ਜਾਣਦੇ ਥੋੜ੍ਹੀ ਹਾਂ ਰੱਬ ਦੇ ਪਰਉਪਕਾਰ ਨੂੰ। ਰੱਬ ਸਾਨੂੰ ਪ੍ਰਸ਼ਾਦਾ ਦਿੰਦਾ, ਸਵਾਸ ਸਾਹ ਦਿੰਦਾ ਪਿਆ। ਜਿਹੜੇ ਹਸਪੀਟਲ ਵਿੱਚ ਭਰਤੀ ਹੋਏ ਨੇ ਨਾ, ਆਕਸੀਜਨ ਲੱਗਦੀ ਹੈ ਜਿਨ੍ਹਾਂ ਦੇ ਉੱਪਰ, ਉਹਨਾਂ ਨੂੰ ਪੁੱਛੋ ਵੀ ਕਿੰਨੀ ਮਹਿੰਗੀ ਲੱਗਦੀ ਹੈ, ਤੇ ਸਾਨੂੰ ਰੱਬ ਨੇ ਉਹ ਸਾਹ ਬਿਲਕੁਲ ਫ੍ਰੀ ਦਿੱਤੇ, ਕੋਈ ਪੈਸਾ ਨਹੀਂ ਦੇਣਾ ਪੈਂਦਾ। ਭਾਵੇਂ ਅਸੀਂ ਰੁੱਖ ਕੋਈ ਲਾਈਏ ਤੇ ਭਾਵੇਂ ਨਾ ਲਾਈਏ, ਰੁੱਖ ਨੂੰ ਪਾਣੀ ਪਾਈਏ ਤੇ ਭਾਵੇਂ ਨਾ ਪਾਈਏ, ਪਰ ਆਕਸੀਜਨ ਤੇ ਉਹ ਦਿੰਦਾ ਪਿਆ ਨਾ। ਜੇ ਇਹੋ ਹੀ ਮੁੱਲ ਲੈ ਕੇ ਸਾਨੂੰ ਲੈਣੀ ਪਵੇ ਤੇ ਕੀ ਬਣੇ? ਰੱਬ ਨੇ ਤੈਨੂੰ ਹਵਾ ਦਿੱਤੀ ਹੈ ਫ੍ਰੀ ਦੇ ਵਿੱਚ, ਜਿਹਦੇ ਨਾਲ ਤੇਰਾ ਸਰੀਰ ਚੱਲਦਾ। ਗੱਡੀ ਦੇ ਵਿੱਚ ਹਵਾ ਭਰਾਉਣੀ ਹੋਵੇ ਨਾ ਟਾਇਰ ਦੇ ਵਿੱਚ, ਤੇ ਹਵਾ ਫ੍ਰੀ ਹੈ ਤੇ ਪਰ ਭਰਨ ਵਾਲਾ ਫਿਰ ਵੀ ਪੈਸੇ ਲੈਂਦਾ। ਤੇ ਤੇਰੇ ਅੰਦਰ ਵੀ ਤੇ ਹਵਾ ਚੱਲਦੀ ਪਈ ਨਾ, ਅੰਦਰ ਬਾਹਰ ਸਾਹ ਚੱਲਦੇ ਪਏ। ਪਰਮਾਤਮਾ ਕੋਈ ਨਹੀਂ ਉਹ ਤੇਰੇ ਕੋਲੋਂ ਪੈਸਾ ਲੈਂਦਾ। ਇਹ ਪਰਉਪਕਾਰ ਹੈ। ਭੋਜਨ ਛਕ ਲਿਆ, ਤੇਰੇ ਅੰਦਰ ਚਲਾ ਗਿਆ, ਅੰਦਰ ਉਹ ਭੋਜਨ ਹਜਮ ਕਿਵੇਂ ਹੋਣਾ? ਤੇਰੇ ਸਰੀਰ ਨੂੰ ਤਾਕਤ ਕਿਵੇਂ ਪਹੁੰਚਣੀ ਹੈ? ਤੇਰੇ ਸਰੀਰ ਨੇ ਰਿਸ਼ਟ ਪੁਸ਼ਟ ਕਿਵੇਂ ਹੋਣਾ? ਤੂੰ ਤੰਦਰੁਸਤ ਕਿਵੇਂ ਰਹਿਣਾ? ਉਹ ਅੰਦਰ ਬੈਠੇ ਪਰਮਾਤਮਾ ਨੂੰ ਫਿਕਰ ਹੈ। ਤੇ ਜਿਨ੍ਹਾਂ ਦੇ ਅੰਦਰ ਖਰਾਬ ਹੋ ਗਏ ਨਾ, ਮਿਹਦੇ ਖਰਾਬ ਹੋ ਗਏ, ਜਿਨ੍ਹਾਂ ਦੇ ਲੀਵਰ ਖਰਾਬ ਹੋ ਗਏ ਨੇ, ਪੁੱਛ ਕੇ ਵੇਖੋ ਕੀ ਬਿਪਤਾ, ਕੀ ਤਕਲੀਫ ਹੈ। ਪਰ ਆ ਭਾਰ ਵੇਲੇ ਕਹਿੰਦੇ ਮੈਨੂੰ ਤੇ ਰੱਬ ਨੇ ਦਿੱਤਾ ਹੀ ਕੁਝ ਨਹੀਂ ਹੈ, ਮੈਨੂੰ ਤੇ ਮਿਲਿਆ ਹੀ ਕੁਝ ਨਹੀਂ ਹੈ, ਮੇਰਾ ਤੇ ਰੱਬ ਨੇ ਸੋਚਿਆ ਹੀ ਕੁਝ ਨਹੀਂ ਹੈ। ਜੇ ਰੱਬ ਨੇ ਤੇਰਾ ਨਹੀਂ ਸੋਚਿਆ ਤੇ ਹਵਾ ਮੁੱਲ ਲੈ ਕੇ ਵੇਖ। ਜਿਨ੍ਹਾਂ ਦੇ ਲੀਵਰ ਕੰਮ ਨਹੀਂ ਕਰਦੇ, ਤੂੰ ਵੀ ਇਹ ਕੰਮ ਕਰਾ ਕੇ ਵੇਖ ਵੀ ਕੀ ਬਿਪਤਾ ਪੈਂਦੀ ਹੈ। ਰੱਬ ਤੈਨੂੰ ਭੋਜਨ ਵੀ ਦਿੰਦਾ ਹੈ, ਫਿਰ ਤੇਰੇ ਅੰਦਰ ਬੈਠ ਕੇ ਉਸ ਭੋਜਨ ਨੂੰ ਪਚਾਉਂਦਾ ਵੀ ਹੈ, ਹਜਮ ਵੀ ਕਰਦਾ ਹੈ, ਤੈਨੂੰ ਅੰਦਰੋਂ ਸਰੀਰ ਨੂੰ ਤਾਕਤ ਵੀ ਦਿੰਦਾ। ਰਹਿਣ ਨੂੰ ਘਰ, ਪਾਉਣ ਨੂੰ ਬਸਤਰ, ਛਕਣ ਨੂੰ ਭੋਜਨ ਦਿੱਤੇ, ਹੋਰ ਰੱਬ ਤੈਨੂੰ ਕੀ ਦੇਵੇ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ,
ਮੋਹੇ ਨਿਰਗੁਣ, ਮੈਂ ਤੇ ਐਡਾ ਨਕੰਮਾ ਬੰਦਾ ਹੈ ਵੀ ਤੇਰੇ ਗੁਣ ਇੱਕ ਵੀ ਨਹੀਂ ਜਾਣਦਾ। ਮੈਂ ਆਖਦਾ ਵੀ ਮੇਰੇ ਵਿੱਚ ਗੁਣ ਕੋਈ ਨਹੀਂ ਹੈ, ਰੱਬ ਦੇ ਵਿੱਚ ਵੀ ਗੁਣ ਕੋਈ ਨਹੀਂ ਹੈ। ਗੁਣ ਕਿਛੂ ਨਾ ਜਾਤਾ, ਮੈਂ ਤੇਰੇ ਇੱਕ ਵੀ ਗੁਣ ਨੂੰ ਨਹੀਂ ਜਾਣਿਆ। ਗੁਣ ਕਹਿੰਦੇ ਪਰਉਪਕਾਰ, ਤੇਰੇ ਇੱਕ ਵੀ ਪਰਉਪਕਾਰ ਨੂੰ ਨਹੀਂ ਜਾਣਿਆ ਵੀ ਤੂੰ ਮੈਨੂੰ ਫ੍ਰੀ ਹਵਾ ਦਿੱਤੀ ਹੈ, ਭੋਜਨ ਦਿੱਤਾ, ਪਹੁੰਚਾਉਣ ਦੀ ਸ਼ਕਤੀ ਦਿੱਤੀ ਹੈ, ਪਰ ਇਹਨਾਂ ਤੇਰੇ ਗੁਣਾਂ ਨੂੰ ਪਰਉਪਕਾਰਾਂ ਨੂੰ ਮੈਂ ਜਾਣਿਆ ਨਹੀਂ ਹੈ। ਨਾਨਕ ਸਾਧੂ ਦੇਖ ਮਨ ਰਾਤਾ, ਪਰ ਜਿਹੜੇ ਤੇਰੇ ਸਾਧੂ ਨੇ ਨਾ ਬੰਦਗੀ ਵਾਲੇ, ਉਹਨਾਂ ਵੱਲ ਵੇਖ ਕੇ ਵੀ ਉਹ ਤੇਰੀ ਬੰਦਗੀ ਵਿੱਚ ਲੱਗੇ, ਮੇਰਾ ਮਨ ਵੀ ਉਹਨਾਂ ਦੇ ਨਾਲ ਰੰਗਿਆ ਗਿਆ, ਉਹਨਾਂ ਦੇ ਨਾਲ ਜੁੜ ਗਿਆ ਵੀ ਮੈਂ ਵੀ ਨਾਮ ਜਪਣਾ ਕਰਾਂ। ਵਡਹੰਸ ਮਹੱਲਾ ਪੰਜਵਾ, ਅੰਤਰਜਾਮੀ ਸੋ ਪ੍ਰਪੂਰਾ। ਉਹ ਪ੍ਰਮਾਤਮਾ ਪਰਿਪੂਰਨ ਤੇ ਅੰਤਰਜਾਮੀ। ਅੰਤਰਜਾਮੀ ਤੋਂ ਭਾਵ ਮਨ ਦੀ ਤੇਰੇ ਅੰਦਰ ਦੀ ਜਾਣਨ ਵਾਲਾ। ਤੇਰੇ ਅੰਦਰ ਦੁੱਖ ਕੀ ਹੈ ਤੂੰ ਬੋਲ ਕੇ ਦੱਸੇਗਾ ਦੂਜੇ ਨੂੰ। ਡਾਕਟਰ ਕੋਲ ਵੀ ਜਾਏਗਾ ਤੇ ਪਹਿਲਾਂ ਬੋਲਣਾ ਪੈਣਾ, ਜ਼ੁਬਾਨ ਖੁੱਲ੍ਹਣੀ ਪੈਣੀ ਹੈ ਵੀ ਮੈਨੂੰ ਆਹ ਹੁੰਦਾ, ਫਿਰ ਉਹਨੇ ਲੱਭਣਾ ਰਿਪੋਰਟਾਂ ਕਰਵਾ ਕੇ ਵੀ ਕੀ ਹੁੰਦਾ। ਡਾਕਟਰ ਕੋਲ ਗਿਆ, ਬੋਲ ਕੇ ਦੱਸਿਆ। ਪਰਮਾਤਮਾ ਦੇ ਅੱਗੇ ਬੋਲਣ ਦੀ ਲੋੜ ਨਹੀਂ, ਉਹ ਤੇ ਬਿਨਾਂ ਬੋਲਿਆਂ ਬਿਨਾਂ ਕਹਿਣ ਤੋਂ ਸਭ ਕੁਝ ਜਾਣਦਾ ਵੀ ਤੇਰੇ ਮਨ ਵਿੱਚ ਕੀ ਹੈ। ਦਾਨ ਦੇਹ ਸਾਧੂ ਕੀ ਧੂਰਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਜਿਹੜੇ ਤੇਰੇ ਸਾਧੂ ਨੇ ਮਨ ਨੂੰ ਜਿਨ੍ਹਾਂ ਨੇ ਸਾਧਿਆ ਹੋਇਆ, ਉਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ, ਮੈਂ ਕਿ ਮੱਥੇ ਨੂੰ ਲਾ ਕੇ ਮੇਰਾ ਭਲਾ ਹੋ ਜਾਵੇ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਐ ਦਿਆਲਤਾ ਕਰਨ ਵਾਲੇ ਪਰਮਾਤਮਾ, ਗਰੀਬਾਂ ਦੀ ਮਦਦ ਕਰਨ ਵਾਲੇ, ਮੈਨੂੰ ਵੀ ਗਰੀਬ ਜਾਣ ਕੇ ਦਾਸ ਜਾਣ ਕੇ ਮੇਰੇ ਤੇ ਕਿਰਪਾ ਕਰੋ। ਤੇਰੀ ਓਟ ਪੂਰਨ ਗੋਪਾਲਾ। ਐ ਗੋਪਾਲ ਧਰਤੀ ਨੂੰ ਪਾਲਣ ਵਾਲਿਆ, ਮੈਨੂੰ ਇੱਕ ਤੇਰਾ ਆਸਰਾ ਹੈ ਤੇ ਮੈਨੂੰ ਆਪਣੇ ਆਸਰੇ ਵਿੱਚ ਰੱਖਣਾ ਕਰੋ। ਜਲ ਥਲ ਮਈਲ ਰਿਆ ਭਰਪੂਰੇ। ਤੁਸੀਂ ਜਲ ਪਾਣੀ ਦੇ ਵਿੱਚ ਵੀ ਬੈਠੇ ਹੋ, ਜਲ ਨਾਮ ਪਾਣੀ ਦਾ, ਪਾਣੀ ਵਿੱਚ ਸਮੁੰਦਰਾਂ ਵਿੱਚ ਬੈਠੇ, ਨਦੀਆਂ ਵਿੱਚ ਬੈਠੇ ਸਮਾਏ ਹੋਏ ਹੋ, ਹਰੇਕ ਪਾਣੀ ਦੇ ਕਣ ਵਿੱਚ ਤੁਸੀਂ ਆਪ ਹੋ। ਤੇ ਥਲ ਨਾਮ ਹੈ ਮਾਰੂ ਥਲ ਦਾ, ਜਿੱਥੇ ਰੇਤਾ ਹੀ ਰੇਤਾ ਪਈ ਹੈ, ਰੇਤਾ ਦੇ ਕਣ ਕਣ ਵਿੱਚ ਤੁਸੀਂ ਵਸੇ ਹੋਏ ਹੋ। ਮਹੀ ਨਾਮ ਧਰਤੀ ਦਾ, ਜਿੱਥੇ ਅਸੀਂ ਰਹਿੰਦੇ ਪਏ ਹਾਂ, ਧਰਤੀ ਦੇ ਵਿੱਚ ਵੀ ਸਮਾਏ ਹੋਏ ਹੋ। ਅਲ ਨਾਮ ਆਕਾਸ਼ ਦਾ, ਆਕਾਸ਼ ਦੇ ਵਿੱਚ ਵੀ ਸਮਾਏ ਹੋਏ। ਜਲ ਥਲ ਮਹੀਲ ਰਹਿਆ ਭਰ ਪੂਰੇ, ਭਰੀਪੂਰਨ ਹੋ ਰਹੇ ਹੋ, ਪਰਿਪੂਰਨ ਹੋ ਰਹੇ ਸਾਰੇ ਥਾਵਾਂ ਤੇ ਆਪ ਜੀ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਨਹੀਂ ਬੈਠੇ ਹੋਏ ਹੋ। ਨਿਕਟ ਵਸੈ ਨਾਹੀ ਪ੍ਰਭ ਦੂਰੇ। ਤੁਸੀਂ ਹੋ ਸਾਰਿਆਂ ਤੋਂ ਨੇੜੇ, ਇੰਨੇ ਨੇੜੇ ਹੋ ਵੀ ਤੁਹਾਡੇ ਵਰਗਾ ਨੇੜੇ ਕੋਈ ਨਹੀਂ ਹੈ। ਜੇ ਅਸੀਂ ਘਰ ਵਿੱਚ ਬੈਠੇ ਹਾਂ ਤੇ ਬਾਹਰ ਵਾਲਿਆਂ ਤੋਂ ਦੂਰ ਹਾਂ, ਜੇ ਬਾਹਰ ਵਾਲਿਆਂ ਕੋਲ ਗਏ ਹਾਂ ਤੇ ਘਰ ਵਾਲਿਆਂ ਤੋਂ ਦੂਰ ਹਾਂ। ਇੱਕ ਸਮੇਂ ਅਸੀਂ ਸਾਰਿਆਂ ਨਾਲ ਨਹੀਂ ਰਹਿ ਸਕਦੇ, ਇੱਕ ਸਮੇਂ ਅਸੀਂ ਸਾਰਿਆਂ ਦੀ ਮਦਦ ਨਹੀਂ ਕਰ ਸਕਦੇ, ਪਰ ਜੇ ਅਸੀਂ ਕੋਲ ਵੀ ਹਾਂ ਨਾ ਤਾਂ ਵੀ ਅਸੀਂ ਦੁੱਖ ਤੋਂ ਬਚਾ ਨਹੀਂ ਸਕਦੇ। ਮੰਨ ਲਓ ਸਾਰਾ ਪਰਿਵਾਰ ਇਕੱਠਾ ਬੈਠਾ ਤੇ ਕਿਸੇ ਦਾ ਪੇਟ ਖਰਾਬ ਜਾਂ ਪੇਟ ਵਿੱਚ ਪੀੜ ਹੋ ਰਹੀ ਹੈ, ਸਿਰ ਵਿੱਚ ਪੀੜ ਹੋ ਰਹੀ ਹੈ, ਬੁਖਾਰ ਚੜ੍ਹ ਗਿਆ, ਬੈਠੇ ਤੇ ਆਪਾਂ ਸਾਰੇ ਹੀ ਇਕੱਠੇ ਹਾਂ, ਪਰ ਬਾਕੀ ਰਿਸ਼ਤੇਦਾਰ ਬਚਾ ਤੇ ਨਹੀਂ ਨਾ ਸਕੇ ਵੀ ਇਹਨੂੰ ਬੁਖਾਰ ਨਾ ਚੜ੍ਹੇ, ਇਹਨੂੰ ਦਰਦ ਨਾ ਹੋਵੇ। ਹੋ ਗਿਆ, ਅਸੀਂ ਕੋਲ ਬੈਠੇ ਵੀ ਮਦਦ ਨਹੀਂ ਕਰ ਸਕਦੇ, ਜੋ ਹੋਣਾ ਹੋ ਜਾਣਾ। ਪਰ ਪਰਮਾਤਮਾ ਇਹੋ ਜਿਹਾ, ਉਹ ਹਰ ਵੇਲੇ ਭਾਵੇਂ ਤੂੰ ਘਰੇ ਬੈਠਾ ਤਾਂ ਵੀ ਤੇਰੇ ਕੋਲ ਹੈ, ਬਾਹਰ ਬੈਠਾ ਤਾਂ ਵੀ ਤੇਰੇ ਕੋਲ ਹੈ, ਤੇਰੇ ਅੰਦਰ ਵੀ ਬੈਠਾ ਹੋਇਆ। ਤੇ ਜੇ ਉਹ ਪਰਮਾਤਮਾ ਚਾਹਵੇ ਤੇ ਤੇਰੇ ਨੇੜੇ ਦੁੱਖ ਵੀ ਨਹੀਂ ਆ ਸਕਦਾ, ਇੰਨਾ ਉਹ ਸਮਰੱਥ ਹੈ। ਨਿਕਟ ਵਸੈ ਨਾਹੀ ਪ੍ਰਭ ਦੂਰੇ, ਉਹ ਤੇਰੇ ਇੰਨੇ ਨੇੜੇ ਹੈ, ਤੇਰੇ ਤੋਂ ਦੂਰ ਨਹੀਂ, ਪਰ ਤੂੰ ਉਸ ਨੂੰ ਵੇਖਿਆ ਨਹੀਂ ਹੈ। ਜਿਸ ਨੂੰ ਨਦਰ ਕਰੇ ਸੋ ਧਿਆਏ। ਜਿਹਦੇ ਉੱਪਰ ਉਹ ਕਿਰਪਾ ਦ੍ਰਿਸ਼ਟੀ ਕਰਦਾ, ਉਹਦਾ ਨਾਮ ਜਪ ਵੀ ਹੋ ਸਕਦਾ, ਸਾਰਿਆਂ ਤੋਂ ਨਹੀਂ ਜਪਿਆ ਜਾਂਦਾ। ਜੇ ਤੁਸੀਂ ਸਵੇਰੇ ਨਿਤਨੇਮ ਕਰਕੇ ਆਏ ਹੋ ਨਾ, ਜਾਂ ਜਾ ਕੇ ਕਰੋਗੇ, ਤੁਹਾਡੇ ਮਨ ਵਿੱਚ ਆ ਜਾਣਾ ਵੀ ਮੈਂ ਵੇਖੋ ਕਿੱਡਾ ਚੰਗਾ, ਮੈਂ ਬਾਣੀ ਪੜ੍ਹੀ ਆ। ਕੋਈ ਪੜ੍ਹਿਆ ਹੀ ਨਹੀਂ ਪਰਿਵਾਰ ਦੇ ਵਿੱਚ, ਪਰ ਜਿਹੜੀ ਤੂੰ ਬਾਣੀ ਪੜ੍ਹੀ ਹੈ ਨਾ, ਤੂੰ ਨਾਮ ਜਪਿਆ, ਉਹ ਤੇਰੇ ਕੋਲੋਂ ਉਹਨੇ ਪੜ੍ਹਵਾਈ ਹੈ ਬਾਣੀ, ਤੇਰੇ ਕੋਲੋਂ ਜਪਾਇਆ ਤੈਨੂੰ ਉਦਮ ਦੇ ਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਨੂੰ ਨਦਰ ਕਰੇ, ਜਿਹਦੇ ਤੇ ਕਿਰਪਾ ਕਰਦਾ, ਸੋ ਧਿਆਏ, ਨਾਮ ਉਹ ਜਪ ਸਕਦਾ ਜੇ। ਕਦੇ ਨਾਮ ਜਪ ਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਹੰਕਾਰ ਨਾ ਕਰੀ ਵੀ ਮੈਂ ਕੀਤਾ, ਨਹੀਂ, ਤੇਰੇ ਤੋਂ ਕਰਵਾਇਆ ਗਿਆ। ਹੁਣ ਬੱਚੇ ਦੇ ਉੱਪਰ ਟੀਚਰ ਖਲੋਤਾ ਨਾ ਸੋਟੀ ਲੈ ਕੇ, ਬੱਚਾ ਪੜ੍ਹਦਾ ਨਹੀਂ, ਟੀਚਰ ਆਦਾ ਸੋਟੀ ਪੈਣੀ, ਪੜ੍ਹਦਾ ਕਿਉਂ ਨਹੀਂ, ਫਿਰ ਉਹ ਪੜ੍ਹਨ ਲੱਗ ਪੈਂਦਾ। ਤੇ ਬੱਚਾ ਪੜ੍ਹ ਕੇ ਬਾਅਦ ਵਿੱਚ ਆਖੇ ਵੀ ਮੈਂ ਤੇ 1 ਘੰਟਾ ਪੜ੍ਹਿਆ। ਤੂੰ ਪੜ੍ਹਿਆ ਨਹੀਂ ਪੁੱਤਰਾ, ਤੈਨੂੰ ਪੜ੍ਹਾਇਆ ਗਿਆ ਡੰਡੇ ਦੇ ਨਾਲ, ਉੱਦਾਂ ਤੂੰ ਕਿੱਥੇ ਪੜ੍ਹਨਾ ਸੀ। ਉਹ ਹਾਲਤ ਸਾਡੀ ਵੀ ਹੈ। ਅਸੀਂ ਬਾਣੀ ਪੜ੍ਹ ਕੇ ਆਖਦੇ ਮੈਂ ਪੜ੍ਹੀ ਹੈ, ਤੂੰ ਨਹੀਂ ਪੜ੍ਹੀ, ਤੈਨੂੰ ਪੜ੍ਹਾਈ ਗਈ ਹੈ। ਤੇਰੇ ਉੱਪਰ ਉਹ ਖਲੋਤਾ ਹੋਇਆ, ਤੈਨੂੰ ਪ੍ਰੇਰਦਾ ਪਿਆ ਵੀ ਪੜ੍ਹ। ਜਿਸ ਨੂੰ ਨਦਰ ਕਰੇ
ਸੋ ਧਿਆਏ। ਧਿਆਉਂਦਾ ਉਹ ਹੈ ਜਿਹਦੇ ਤੇ ਕਿਰਪਾ ਕਰਦਾ ਹੈ। ਆਠ ਪਹਿਰ ਹਰ ਕੇ ਗੁਣ ਗਾਏ। 8 ਪਹਿਰ ਪਹਿਲੇ ਸਮਿਆਂ ਵਿੱਚ ਪਹਿਰ ਕਹਿ ਜਾਂਦੇ ਸੀ, ਅੱਜ ਆਪਾਂ ਘੰਟੇ ਕਹਿ ਦਿੰਦੇ ਹਾਂ। 8 ਪਹਿਰ ਤੋਂ ਭਾਵ ਹੁੰਦਾ 24 ਘੰਟੇ, 12 ਦਿਨ ਦੇ 12 ਰਾਤ ਦੇ। ਜਿਨ੍ਹਾਂ ਤੇ ਕਿਰਪਾ ਕਰਦਾ ਉਹ 24 ਘੰਟੇ ਉਹਦੇ ਨਾਮ ਨੂੰ ਜਪਦੇ। ਫਿਰ ਸਾਡੇ ਮਨ ਦਾ ਸਵਾਲ ਆਉਂਦਾ ਵੀ ਜੇ 24 ਘੰਟੇ ਜਪਦੇ ਤੇ ਸੌਂਦੇ ਕਦੋਂ ਹੋਣਗੇ? ਪਰ ਮਹਾਰਾਜ ਕਹਿਣ ਲੱਗੇ ਉਹ ਸੁੱਤਿਆਂ ਹੋਇਆਂ ਵੀ ਨਾਮ ਜਪਦੇ, ਜਾਗਦਿਆਂ ਵੀ ਜਪਦੇ, ਸੁੱਤਿਆਂ ਵੀ ਜਪਦੇ। ਸੁਪਨੇ ਹੂੰ ਬਰੜਾਇਕ ਹੈ। ਸੁਪਨੇ ਦੇ ਵਿੱਚ ਵੀ ਉਹਨਾਂ ਦਾ ਮੂੰਹ ਰਾਮ ਰਾਮ ਕਹਿੰਦਾ, ਹਿਰਦਾ ਉਹਨਾਂ ਦਾ ਰਾਮ ਰਾਮ ਕਹਿੰਦਾ। 24 ਘੰਟੇ ਆਪਣੇ ਭਗਤਾਂ ਨੂੰ ਨਾਮ ਜਪਾਉਂਦਾ ਹੈ। ਜੀ ਜੰਤ ਸਗਲੇ ਪ੍ਰਤਪਾਰੇ। ਜੀਵ ਜਿਹੜੇ ਛੋਟੇ ਛੋਟੇ ਨੇ, ਜਿਵੇਂ ਅਣੂ ਹੈ, ਪਰਮਾਣੂ ਹੈ, ਕਟਾਣੂ ਹੈ, ਦਿਸਦੇ ਨਹੀਂ ਨਾ ਸਾਨੂੰ। ਇੱਕ ਵਿਸ਼ੇਸ਼ ਲੈਂਜ ਲਿਆਉਣਾ ਪੈਂਦਾ, ਸੀਸਾ, ਉਹਦੇ ਨਾਲ ਸਾਡੇ ਲਾਗੇ ਨੇੜੇ ਸਾਡੀ ਚਮੜੀ ਦੇ ਉੱਪਰ ਨਿੱਕੇ ਨਿੱਕੇ ਸਾਨੂੰ ਦਿਸਣਗੇ ਜੀਵ ਜੰਤ ਕਿਰਮ। ਜਿਹੜੇ ਨਹੀਂ ਦਿਸਦੇ ਪਰਮਾਤਮਾ ਤੂੰ ਉਹਨਾਂ ਨੂੰ ਵੀ ਪਾਲਦਾ ਹੈ। ਜਿਹੜੇ ਸਾਨੂੰ ਨਹੀਂ ਦਿਸਦੇ ਪਏ ਨਿੱਕੇ ਨਿੱਕੇ ਕੀੜੇ ਕਟਾਣੂ ਜਿਨ੍ਹਾਂ ਨੂੰ ਆਖਿਆ ਜਾਂਦਾ, ਉਹਨਾਂ ਨੂੰ ਵੀ ਪਾਲਦਾ। ਅਤੇ ਜੰਤ ਜਿਹੜੇ ਵੱਡੇ ਸਰੀਰਾਂ ਵਾਲੇ, ਜਿਵੇਂ ਆਪਾਂ ਬੰਦੇ ਆ, ਆਪਣਾ ਸਰੀਰ ਵੱਡਾ, ਹਾਥੀ ਵੱਡਾ, ਘੋੜਾ ਵੱਡਾ, ਊਠ ਵੱਡਾ, ਜਿਹੜੇ ਦਿਸਦੇ ਪਏ ਨੇ ਉਹਨਾਂ ਨੂੰ ਵੀ ਪਾਲਦਾ ਪਿਆ। ਜੀ ਜੰਤ 2 ਸ਼ਬਦ ਨੇ। ਜੀਵ ਛੋਟੇ ਛੋਟੇ ਜਿਹੜੇ ਦਿਸਦੇ ਨਹੀਂ, ਜੰਤ ਵੱਡੇ ਵੱਡੇ। ਸਗਰੇ ਪ੍ਰਤਪਾਰੇ, ਤੂੰ ਸਾਰਿਆਂ ਨੂੰ ਪਾਲਦਾ, ਨਾ ਛੋਟਿਆਂ ਨੂੰ ਭੁੱਖੇ ਰਹਿਣ ਦਿੰਦਾ, ਨਾ ਵੱਡਿਆਂ ਨੂੰ ਭੁੱਖੇ ਰਹਿਣ ਦਿੰਦਾ। ਸਾਰਿਆਂ ਦੀ ਪਾਲਣਾ ਕਰਦੇ ਹੋ। ਸਰਨ ਪਰਿਓ ਨਾਨਕ ਹਰ ਦੁਆਰੇ। ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ, ਆਪ ਦੇ ਦਰ ਤੇ ਆ ਕੇ ਮੇਰੇ ਤੇ ਕਿਰਪਾ ਕਰੋ। ਹੰਸ ਮਹਲਾ ਪੰਜਵਾ। ਤੂੰ ਵੱਡਾਤਾ ਅੰਤਰਜਾਮੀ। ਤੁਸੀਂ ਵੱਡੇ ਦਾਤੇ ਹੋ, ਫਿਰ ਅੰਤਰਜਾਮੀ ਵੀ ਹੋ। ਮੰਨਦੀਆਂ ਵੀ ਜਾਣਦੇ ਹੋ, ਮੰਨਦੀਆਂ ਜਾਣ ਕੇ ਫਿਰ ਦੁੱਖਾਂ ਤੋਂ ਬਚਾਉਣ ਵਾਸਤੇ ਦਾਤ ਵੀ ਦਿੰਦੇ ਹੋ। ਸਾਮੇ ਰਵਿਆ ਪੂਰਨ ਪ੍ਰਭ ਸੁਆਮੀ। ਸਾਰਿਆਂ ਦੇ ਵਿੱਚ ਰਵੇਂ ਹੋਏ ਹੋ, ਪਰਿਪੂਰਨ ਸੁਆਮੀ ਮਾਲਕ ਹੋ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ। ਆਪ ਜੀ ਮੇਰੇ ਪ੍ਰੀਤਮ ਹੋ ਤੇ ਤੁਹਾਡੇ ਨਾਮ ਦਾ ਮੈਨੂੰ ਆਸਰਾ ਹੈ। ਸੁਣ ਸੁਣ ਜੀਵਾ ਨਾਮ ਤੁਮਾਰਾ। ਮੈਂ ਆਪ ਜੀ ਦੇ ਨਾਮ ਨੂੰ ਸੁਣ ਸੁਣ ਕੇ ਜਿਉਂਦਾ ਹਾਂ ਜੀ। ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਕਿਉਂ? ਕਿਉਂਕਿ ਆਪ ਜੀ ਪੂਰੇ ਸਤਿਗੁਰੂ ਹੋ। ਤੁਹਾਡੇ ਉਪਦੇਸ਼ ਦੇ ਨਾਲ ਮੇਰਾ ਭਲਾ ਹੋਣਾ ਹੈ। ਨਿਰਮਲ ਹੋਏ ਸੰਤਾਂ ਧੂਰੇ। ਜਿਹੜੇ ਆਪ ਜੀ ਦੇ ਸੰਤ ਨੇ ਨਾ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ, ਐਸੇ ਸੰਤਾਂ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਨਿਰਮਲ ਹੋ ਜਾਂਦਾ। ਜਿਵੇਂ ਸਾਨੂੰ ਭਾਂਡਾ ਮਾਂਜਣ ਵਾਸਤੇ ਸਵਾਹ ਚਾਹੀਦੀ ਹੈ ਨਾ, ਰੇਤਾ ਚਾਹੀਦੀ ਹੈ, ਜਾਂ ਅੱਜ ਸਾਬਣ ਆ ਗਏ ਨੇ ਭਾਂਡੇ ਮਾਂਜਣ ਵਾਲੇ, ਤਾਂ ਭਾਂਡਾ ਸਾਫ਼ ਹੁੰਦਾ ਹੈ। ਸਾਡੇ ਮਨ ਦਾ ਭਾਂਡਾ ਜਿਹੜਾ ਹੈ ਨਾ, ਸਾਧੂਆਂ ਦੇ ਚਰਨਾਂ ਦੀ ਧੂੜੀ ਨਾਲ ਸਾਫ਼ ਹੋਣਾ ਹੈ। ਕਮਲ ਹਿਰਦੇ ਉਰ ਧਾਰੇ। ਆਪ ਜੀ ਦੇ ਪਵਿੱਤਰ ਚਰਨ ਮੈਂ ਹਿਰਦੇ ਵਿੱਚ ਧਾਰਨ ਕੀਤੇ ਹਨ। ਤੇਰੇ ਦਰਸ਼ਨ ਕੋ ਜਾਈ ਬਲਿਹਾਰੇ। ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਈਏ ਜੀ, ਸਦਕੇ ਜਾਈਏ, ਐਸੇ ਆਪ ਜੀ ਦੇ ਦਰਸ਼ਨ ਹਨ। ਕਰ ਕਿਰਪਾ ਤੇਰੇ ਗੁਣ ਗਾਵਾਂ। ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਂ ਆਪ ਜੀ ਦੇ ਗੁਣ ਗਾਵਾਂ, ਨਾਮ ਜਪ ਕੇ, ਬਾਣੀ ਪੜ੍ਹ ਕੇ। ਨਾਮ ਜਪਤ ਸੁਖ ਪਾਵਾ। ਆਪ ਜੀ ਦਾ ਨਾਮ ਜਪ ਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ 5ਵੇਂ ਰੂਪ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜੀ ਤੁਹਾਡਾ ਨਾਮ ਜਪ